ਧੰਨ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ। ਮਾਟੀ ਕਾ ਕਿਆ ਥੋਪੈ ਸੁਆਮੀ, ਮਾਨਸ ਕੀ ਗਤ ਏਹੀ। ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਦਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਤਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਨਨਹਿ ਨਾਹ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਮਲਿਆ। ਗੱਲੀ ਹਉ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਪਪੈ ਪਾਤਸ਼ਾਹ ਪਰਮੇਸ਼ਰ, ਵੇਖਣ ਕਉ ਪਰਪੰਚ ਕੀਆ। ਦੇਖੈ ਬੂਝੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਹਿਆ। ਫਫੈ ਫਾਹੀ ਸਭ ਜਗ ਫਾਂਸਾ, ਜਮ ਕੈ ਸੰਗਲ ਬੰਧ ਲਿਆ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸ਼ਰਨਾਗਤ ਭਜ ਪਿਆ। ਫਫੈ ਫਾਹੀ ਸਭ ਜਗ ਫਾਂਸਾ, ਜਮ ਕੈ ਸੰਗਲ ਬੰਧ ਲਿਆ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸ਼ਰਨਾਗਤ ਭਜ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
परम सन्मान योग जुगो जुग अटल श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या दे गुरमत दीवान दी आप जी हाजरी भर रहे हो। सन्मान योग भाई साहब जी ने अमृत गुरबाणी कीर्तन सरवण कराया है, जो लड़ीवार हजूर दे अमृत बचन असी विचार रहे हाँ और जिन्हां पदियां दी विचार आपां अज करनी है उन्हां दा पाठ आप जी ने सरवण कीता है। सन्मान योग भाई दलजीत सिंह जी ने आप जी नूं अज वापरी हुई दुखदाई घटना उस दे संबंधी जानकारी दिती है और उस भाईचारे नाल हमदर्दी भरे शब्दां दा इजहार ही किया जा सकता है। आओ समाप्ति ते कथा दी ते थोड़ा जा समा जिवें अज सिख संगत कह भी रही सी कि इस वारी आपां जाप नहीं किया संगती रूप च, क्योंकि शब्द ज़्यादा सन पदे वक्त की भी बंदिश हुंदी है, कम्मां कारां ते आपने जाना हुंदा है। हुण जिहड़े कोल अज साडे कोल तकरीबन जिहड़े 3 दीवान ने अज समेत आपां जरूर सारे जपांगे और अज दा ये जाप असी मानवता दे नाते सिख दा तां हिरदा ही बड़ा सतगुरु ने विशाल बनाया है, सर्ब थाई सुख मंगदा है ते सरबत दे भले दी लोचा रख के अरदास करदा है। उन्हां दी सिमरती विच भी आपां थोड़ा समा जाप करांगे। आओ जो कल विचारिया उसनूं संखेप जिहा और अज जिन्हां पदियां दा आपां पाठ कीता है उस दी विचार आपां कर सकीए। सारे असीस बख्शो, प्यार अदब सहित उच्चारण करो जी। सतनाम श्री वाहे गुरु जी। करो बख्शिश, फिर उच्चारण करो जी। सतनाम श्री वाहे गुरु जी। कल 16वां पदा आपां शुरू किया सी, जो डड्डे अखर राही सतगुरां ने उपदेश दिता। ऐ प्राणी तू काहदा पखंड प्रपंच कर रहा है, जो कुछ दृष्टमान विच बनिया होया है इस हर दिश दी कोई वस्तु ने दृष्टमान ने चले जाना है। असी कल वाचिया सी डड्डै डंफ करो क्या प्राणी, जो किश होवा सो सब चलना। किसनू विखावा करके दिखा रहा है, जो कुछ बनया है उसने चले जाना है। ते फिर तू एक काम कर, जिहड़ा वक्त परमात्मा ने तेनू दिता है इसनू ओदे सिमरन विच ला दे। इस विचों आत्मक सुख की प्राप्ति होवेगी ते सिमरन उस दा कर जो सारियां थावां ते रविया होया है। ढड्डे अखर राही उपदेश दिता सी, ढांदा भी है ते फिर उसार भी दिंदा है।
ਜਿਵੇਂ ਉਹਨੂੰ ਭਾਉਂਦਾ ਹੈ ਉਹ ਆਪਣੀ ਰਜ਼ਾ ਅਨੁਸਾਰ ਕਰੀ ਜਾ ਰਿਹਾ ਹੈ। ਜਿਹੜਾ ਪੈਦਾ ਕੀਤਾ ਉਹਨੂੰ ਸੰਭਾਲਦਾ ਹੈ ਤੇ ਜਿਸ ਉੱਪਰ ਨਜ਼ਰ ਕਰਦਾ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਨਾਣੇ ਅੱਖਰ ਨੇ ਕਿਹਾ ਸੀ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ ਉਸ ਦੀ ਜ਼ਬਾਨ ਫਿਰ ਪਰਮਾਤਮਾ ਦੇ ਗੀਤ ਗਾਉਂਦੀ ਹੈ। ਆਪਣੇ ਆਪੇ ਨਾਲ ਕਰਤਾ ਮਿਲਾ ਲੈਂਦਾ ਹੈ, ਉਹਨੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ। ਤੱਤੇ ਅੱਖਰ ਰਾਹੀਂ ਉਪਦੇਸ਼ ਦਿੱਤਾ ਸੀ, ਇਹ ਭਵ ਸਾਗਰ ਗਹਿਰਾ ਹੈ, ਨਾ ਤਾਂ ਮੇਰੇ ਕੋਲ ਪਰਮਾਤਮਾ ਕੋਈ ਬੇੜੀ ਹੈ, ਨਾ ਮੇਰੇ ਪਾਸ ਕੋਈ ਤੁਲਖਾ ਹੈ ਜਿਸ ਨਾਲ ਮੈਂ ਤਰ ਸਕਾਂ। ਸਿਰਫ ਤੇਰੇ ਚਰਨਾਂ 'ਚ ਬੇਨਤੀ ਤਾਰਨ ਵਾਲਿਆ, ਮੇਰੇ ਡੁੱਬਦੇ ਹੋਏ ਦੀ ਬਾਂਹ ਪਕੜ ਕੇ ਮੈਨੂੰ ਤਾਰ ਲੈ। ਉਸ ਤੋਂ ਬਾਅਦ ਥੱਥੇ ਅੱਖਰ ਰਾਹੀਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ, ਜਿੱਥੇ ਅਸੀਂ ਵਿਚਾਰ ਨੂੰ ਕੱਲ ਵਿਸ਼ਰਾਮ ਦਿੱਤਾ ਸੀ, ਉਸੇ ਲੜੀ ਨੂੰ ਅੱਗੇ ਤੋਰ ਲੱਗਾ। ਥੱਥੈ ਥਾਨ ਥਨੰਤਰ ਸੋਈ। ਥੱਥੇ ਅੱਖਰ ਰਾਹੀਂ ਉਪਦੇਸ਼ ਦਿੱਤਾ। ਥਾਨ ਦਾ ਲਫ਼ਜ਼ੀ ਅਰਥ ਹੈ ਥਾਂ, ਤੇ ਥਾਨ ਅੰਤਰ। ਥਾਨ ਅੰਤਰ ਦੋ ਸ਼ਬਦਾਂ ਨਾਲ ਬਣਿਆ। ਥਾਨ ਅੰਤਰ, ਜਦੋਂ ਇਹ ਸ਼ਬਦ ਇੱਕ ਬਣਾਇਆ ਤੇ ਉਦੋਂ ਸ਼ਬਦ ਬਣਾ ਦਿੱਤਾ ਥਾਨ ਅੰਤਰ। ਇਹਦਾ ਅਰਥ ਹੋ ਗਿਆ ਥਾਂ ਤੇ ਥਾਂ ਦੇ ਵਿੱਚ। ਥੱਥੈ ਥਾਨ ਥਨੰਤਰ ਸੋਈ, ਜਾ ਕਾ ਕੀਆ ਸਭ ਹੋਵਾ। ਜਿਸ ਦਾ ਕੀਤਾ ਹੋਇਆ ਸਭ ਕੁਝ ਹੋਇਆ ਹੈ। ਥਾਂ ਤੇ ਥਾਂ ਦੇ ਵਿੱਚ ਉਹ ਆਪ ਰਮਿਆ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਜਿਹੜਾ ਅੰਦਰ ਵੀ ਔਰ ਬਾਹਰ ਵੀ ਰਮਿਆ ਹੈ। ਨਾਲ ਅਗਲਾ ਸ਼ਬਦ ਸੀ ਕਿਆ ਭਰਮ ਕਿਆ ਮਾਇਆ, ਮਾਇਆ ਕਹੀ ਹੈ। ਇਸ ਤੁਕ ਦੀ ਅਰਥ ਅਸੀਂ ਡਿਟੇਲ ਨਾਲ ਨਹੀਂ ਸਨ ਕੀਤੇ। ਮਹਾਰਾਜ ਕਹਿੰਦੇ ਨੇ ਕਿਆ ਭਰਮ, ਉਸ ਵਾਸਤੇ ਕੀ ਭਰਮ ਤੇ ਕੀ ਮਾਇਆ ਦੀ ਖੇਡ, ਜੋ ਤਿਸ ਭਾਵੈ ਸੋਈ ਭਲਾ। ਉਹ ਕਹਿੰਦਾ ਜੋ ਪਰਮਾਤਮਾ ਨੂੰ ਭਾਉਂਦਾ ਉਹ ਭਲਾ ਹੀ ਹੈ। ਇਸ ਨੂੰ ਥੋੜਾ ਜਿਹਾ ਬੇਨਤੀ ਕਰਾਂਗਾ। ਕੱਲ ਅਸੀਂ ਭਰਮ ਲਫ਼ਜ਼ ਦੀ ਜ਼ਿਆਦਾ ਵਿਆਖਿਆ ਨਹੀਂ ਸੀ ਕੀਤੀ, ਥੋੜਾ ਜਿਹਾ ਕਿਉਂਕਿ ਲੜੀ ਇਹ ਜੁੜੀ ਰਹੇ। ਪਰਮੇਸ਼ਵਰ ਦੀ ਇਸ ਰਚੀ ਹੋਈ ਰਚਨਾ ਵਿੱਚ ਭਰਮ ਵੀ ਬੜਾ ਹੈ ਤੇ ਮਾਇਆ ਵੀ ਆਪਣੀਆਂ ਲਹਿਰਾਂ ਨਾਲ ਜੀਵ ਨੂੰ ਆਪਣੇ ਵਿੱਚ ਲਪੇਟੀ ਬੈਠੀ ਹੈ। ਤੇ ਇੱਕ ਅਰਜ਼ ਕੀਤੀ ਸੀ ਇੱਕ ਵਾਰ, ਭਰਮ ਦਾ ਲਫ਼ਜ਼ੀ ਅਰਥ ਕੀ ਹੈ। ਗੁਰੂ ਗ੍ਰੰਥ ਸਾਹਿਬ ਇਸ ਸ਼ਬਦ ਦੀ ਬਹੁਤ ਵਾਰੀ ਵਰਤੋਂ ਕੀਤੀ, ਭਰਮ ਵੀ ਭਰਮ ਵੀ। ਅਸਲ 'ਚ ਅਸੀਂ ਜਦੋਂ ਭਰਮ ਦੇ ਵਿਦਾਂਤ ਵਿੱਚੋਂ ਅਰਥ ਲੱਭਾਂਗੇ ਤੇ ਸਾਨੂੰ ਬੜੀ ਵਿਸਤਾਰ ਸਹਿਤ ਜਾਣਾ ਪੈਂਦਾ ਭਰਮ ਕਿਹਨੂੰ ਕਹਿੰਦੇ ਆ। ਪਰ ਉਂਝ ਮੈਂ ਇੱਕ ਬੇਨਤੀ ਕਰਾਂ, ਗੁਰਮਤ ਨੇ ਬੜਾ ਸੌਖਾ ਤਰੀਕਾ ਦੱਸਿਆ, ਇੱਕ ਤੁਕ ਵੀ ਦੱਸ ਦਿੱਤਾ ਭਰਮ ਕੀ ਹੈ। ਅਸਲ 'ਚ ਭਰਮ ਹੈ ਕਿ ਜੋ ਕੁਝ ਸਾਡੀਆਂ ਅੱਖਾਂ ਨੂੰ ਦਿਸ ਰਿਹਾ ਹੈ, ਸੁਣੋ, ਮਨ ਫੁਰਨੇ ਬਣਾਈ ਬੈਠੇ ਆ ਚੀਜ਼ ਹੈ। ਅੱਖਾਂ ਨਾਲ ਜੋ ਦ੍ਰਿਸ਼ ਦਿਸ ਰਿਹਾ, ਜਦੋਂ ਉਹਦੇ ਨਜ਼ਦੀਕ ਜਾਈਏ ਜੋ ਕੁਝ ਦਿਸਦਾ ਉਸ ਤੋਂ ਵਿਪਰੀਤ ਅਸਲੀਅਤ ਨਿਕਲੇ। ਇਹਨੂੰ ਫਿਰ ਸ਼ਬਦਾਂ ਥੋੜਿਆਂ 'ਚ ਕਹਿੰਦੇ ਆ ਭਰਮ ਕੀ ਹੈ। ਜੋ ਕੁਝ ਸਾਨੂੰ ਦਿਸ ਰਿਹਾ ਹੈ, ਜਦੋਂ ਉਹਦੇ ਨੇੜੇ ਜਾਈਏ ਉਹ ਕੁਝ ਨਾ ਨਿਕਲੇ ਜੋ ਕੁਝ ਦਿਸ ਰਿਹਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਭਰਮ ਦੀ ਡੈਫੀਨੇਸ਼ਨ ਹੈ, ਮਾਧਵੇ ਕਿਆ ਕਹੀਏ ਭਰਮ ਐਸਾ। ਦੇਖੋ ਦੋ ਤੁਕਾਂ 'ਚ ਉੱਤਰ ਦੇ ਦਿੱਤਾ ਭਰਮ ਕੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ। ਭਰਮ ਕਿਸ ਨੂੰ ਕਿਹਾ ਜਾਂਦਾ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਦੇਖੋ ਆਹ ਭਰਮ ਦੀ ਡੈਫੀਨੇਸ਼ਨ ਅੱਧੀ ਤੁਕ 'ਚ ਜੀ, ਇੱਕ ਤੁਕ, ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਕੁਝ ਮੰਨਿਆ ਹੈ ਉਹੋ ਜਿਹਾ ਨਾ ਨਿਕਲੇ, ਉਹਦੇ ਲਈ ਅਸੀਂ ਸ਼ਬਦ ਵਰਤਨੇ ਆ, ਇਹ ਭਰਮ ਹੈ। ਇੱਥੇ ਫਿਰ ਆਪਾਂ ਇਸ ਭਰਮ ਨੂੰ ਤੁਸੀਂ ਰਿਸ਼ਤਿਆਂ ਨਾਲ ਜੋੜ ਸਕਦੇ ਹੋ, ਇਸ ਭਰਮ ਨੂੰ ਤੁਸੀਂ ਧਰਮ ਦੇ ਕਰਮਕਾਂਡ ਨਾਲ ਜੋੜ ਸਕਦੇ ਹੋ, ਇਸ ਭਰਮ ਨੂੰ ਤੁਸੀਂ ਵਹਿਮ ਨਾਲ ਜੋੜ ਸਕਦੇ ਹੋ। ਭਰਮ ਦਾ ਲਫ਼ਜ਼ੀ ਅਰਥ ਹੈ ਕਿ ਜੈਸਾ ਮਾਨੀਐ ਹੋਏ ਨਾ ਤੈਸਾ। ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣਾ। ਭਾਈ ਗੁਰਦਾਸ ਸਾਹਿਬ ਨੇ
ਭਰਮ ਦੀ ਵਿਆਖਿਆ ਬੜੀ ਬੜੀ ਕਮਾਲ ਦੀ ਕੀਤੀ ਹੈ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਪਿਆਰੇ ਸ਼ਬਦ ਨੇ। ਕੱਲ ਜਿਹੜਾ ਅਸੀਂ ਇੱਕ ਬਚਨ ਲਿਆ ਸੀ ਨਾ ਕਿ ਮੈਂ ਜਾਣਿਆ ਵਡਹੰਸ ਹੈ, ਇਹ ਵੀ ਭਰਮ ਹੈ। ਅਸਲੀਅਤ ਜੈਸਾ ਮਾਨੀਆਂ ਹੋਏ ਨਾ ਤੈਸਾ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਦਿਨ ਦੀ ਅੰਗ। ਹੁਣ ਇਹ ਵੀ ਭਰਮ ਜੇ ਕਿ ਮੈਂ ਉਹਨੂੰ ਵਡਹੰਸ ਸਮਝ ਬੈਠਾ, ਪਰ ਜਦੋਂ ਕੋਈ ਸਮੇਂ ਬਾਅਦ ਉਹਦੀ ਅਸਲੀਅਤ ਦਾ ਪਤਾ ਲੱਗਾ ਤੇ ਮੈਨੂੰ ਸਮਝ ਪੈ ਗਈ ਨਹੀਂ, ਉਹ ਮਨਾ ਜਿਹਨੂੰ ਵਡਹੰਸ ਸਮਝ ਬੈਠਾ ਹੈ ਇਹ ਬਗਲੇ ਤੋਂ ਵੀ ਵੱਧ ਨਖਿੱਧ ਤੇ ਕਪਟੀ ਹੈ। ਕਹਿੰਦੇ ਨੇ ਜੇ ਮੈਨੂੰ ਪਤਾ ਹੁੰਦਾ ਮੈਂ ਇਸ ਭਰਮ 'ਚ ਪੈ ਕੇ ਉਹਦੇ ਨਾਲ ਆਪਣੀ ਸਪਰਸ਼ਤਾ ਕਿਉਂ ਬਣਾਈ, ਮੈਂ ਉਹਦੇ ਨਾਲ ਨਜ਼ਦੀਕਤਾ ਕਿਉਂ ਬਣਾਈ। ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣਾ ਭਾਈ ਸਾਹਿਬ ਦੀ ਰਚਨਾ ਵਿੱਚੋਂ ਹੈ। ਦੇਖੋ ਇੱਕ ਸ਼ਬਦ ਬਾਣੀ ਚਾਹੁੰਦਾ ਹਰ ਚੰਦੌਰੀ, ਹਰੀ ਚੰਦ ਰਾਜੇ ਦੀ ਪਹਾੜੀ, ਇਹ ਵੈਗੁਰੂ ਨਗਰੀ, ਇਹਨੂੰ ਗੰਧਰਬਾ ਨਗਰੀ ਵੀ ਬਾਣੀ ਵਿੱਚ ਕਿਹਾ ਗਿਆ ਹੈ। ਤੇ ਇਹ ਪਲੀਜ਼ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਕਰਦਾ ਹੈ ਨਾ ਜੀ, ਵੇਖੋ ਮੈਂ ਤਕਰੀਬਨ ਹਰ ਥਾਂ ਤੇ ਬੇਨਤੀ ਕਰ ਰਿਹਾ, ਅੱਜ ਸਮੱਸਿਆ ਸਾਡੀ ਇਹ ਵੇ ਕਿ ਅਸੀਂ ਹਿਸਟੋਰੀਕਲ ਕਿਤਾਬਾਂ ਵਿਦਵਾਨਾਂ ਦੀਆਂ ਪੜ੍ਹ ਕੇ ਉਹਨੂੰ ਆਖਰੀ ਸੱਚ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਵੇਖ ਨਹੀਂ ਰਹੇ। ਇਹ ਪੜ੍ਹੇ ਲਿਖਿਆਂ ਦੀ ਵੀ ਸਮੱਸਿਆ ਹੈ ਜੀ। ਜਿਹਨੇ PhD ਕਰਦੀ ਆਪਾਂ ਕਹਿੰਦੇ ਲਓ ਜੀ ਇਹਨੇ ਇੰਨੇ ਸਾਲ ਲਾ ਕੇ PhD ਕੀਤੀ, ਉਹ ਕਮਲਾ ਹੈ। ਚੇਤੇ ਰੱਖਿਓ PhD ਸਿਆਣਪ ਦੇਗੀ, ਮੈਂ ਸਾਰਿਆਂ ਦੇ ਨਹੀਂ ਕਹਿ ਰਿਹਾ, ਸਾਡੀ ਬੁੱਧੀ ਨੂੰ ਸ਼ਾਰਪ ਕਰੇਗੀ। ਸਿਆਣਾ ਹੋ ਜਾਣਾ ਤੇ ਰੂਹਾਨੀਅਤ ਵਿੱਚ ਰੰਗੇ ਜਾਣਾ, ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਗੁਰਬਾਣੀ 'ਚ ਇੱਕ ਬਚਨ ਹੁੰਦਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਮਲੇ ਨਹੀਂ ਕਿਹਾ, ਕਹਿੰਦੇ ਨੇ ਭਗਤੀ ਤੋਂ ਬਿਨਾ ਵੱਡੇ ਵੱਡੇ ਬੁੱਧੀਮਾਨ ਲੋਕ ਡੁੱਬ ਗਏ। ਇੱਕ ਸ਼ਬਦ ਬਾਣੀ 'ਚ ਆਉਂਦਾ ਗੁਰਮਤ ਸਾਚੀ, ਗੁਰੂ ਨਾਨਕ ਸਾਹਿਬ ਦੀ ਤੁਕ ਹੈ। ਗੁਰੂ ਦੀ ਮਤ ਸੱਚੀ ਹੈ, ਹੁਜਤ ਦੂਰ। ਸੁਣਿਓ, ਗੁਰਮਤ ਸਾਚੀ, ਗੁਰੂ ਦੀ ਮਤ ਨੂੰ ਕਮਾਏਗਾ ਤੇ ਸੁਰਤ ਸੱਚ ਨਾਲ ਜੁੜੇਗੀ। ਗੁਰੂ ਦੀ ਮਤ ਸੱਚੀ ਹੈ, ਹੁਜਤ ਦੂਰ। ਤੇ ਜਿੰਨਾ ਸਿਆਣਾ ਬਣ ਕੇ ਤੂੰ ਸੱਚ ਤੇ ਹੁਜਤਾਂ ਕਰੀ ਜਾਏਗਾ, ਚੇਤੇ ਰੱਖੀ ਸੁਰਤ ਕਰਕੇ ਤੇਰੀ ਰੱਬ ਤੋਂ ਦੂਰੀ ਪਈ ਜਾਏਗੀ। ਗੁਰਮਤ ਸਾਚੀ ਹੁਜਤ ਦੂਰ। ਅਗਲਾ ਬਚਨ, ਬਹੁਤ ਸਿਆਣਪ ਲਾਗੈ ਧੂਰ। ਇੱਥੇ ਧੂਰ ਲਫ਼ਜ਼ ਦਾ ਅਰਥ ਨਿਮਰਤਾ ਵਾਲਾ ਨਹੀਂ ਲੈਣਾ। ਮੈਨੂੰ ਪਤਾ ਹੈ ਵੀ ਬਾਣੀ 'ਚ ਧੂਰ ਸ਼ਬਦ ਹੈ, ਮੋਕੋ ਕਰ ਸੰਤਨ ਕੀ ਧੂਰੇ ਅਸੀਂ ਪੜ੍ਹਨੇ ਆ। ਧੂੜੀ ਵਿੱਚ ਲੁਡੰਦੜੀ ਸੋਹਾਂ, ਮਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ। ਉੱਥੇ ਧੂਰੀ ਨਿਮਰਤਾ ਦਾ ਵਾਚਕ ਹੈ, ਇੱਥੇ ਧੂਰੀ ਮੈਲ ਦਾ ਵਾਚਕ ਹੈ। ਬਹੁਤ ਸਿਆਣਪ ਲਾਗੈ ਧੂਰ। ਜਿੰਨਾ ਤੂੰ ਸਿਆਣਾ ਬਣੇਗਾ, ਦੇਖੀ ਸਿਆਣਪ ਨਾਲ ਤੇਰੀ ਮੱਤ ਨੂੰ ਮੈਲ ਲੱਗੀ ਜਾਣੀ ਹੈ। ਫਿਰ ਬੇਨਤੀ ਹੈ, ਚਲੋ ਜਿਸ ਦਿਨ ਵਿਸ਼ਾ ਕਿਤੇ ਆਏਗਾ ਅੱਗੇ 2-3 ਦਿਨਾਂ 'ਚ, ਮੈਂ ਬੇਨਤੀ ਕਰਾਂਗਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਪਾਠ ਕਰਾਂਗੇ, ਮੈਂ ਤਾਂ ਕਿਹਾ ਵੀ ਜੇ ਤਾਂ ਨੌਲੇਜ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ, ਮੈਨੂੰ ਪਤਾ ਹੈ ਵੀ ਅਸੀਂ ਗਿਆਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਪੜ੍ਹਨੇ। ਯਾਦ ਰੱਖਿਓ, ਭਾਰਤ ਵਿੱਚ ਅਨੇਕਾਂ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਜੂਦ ਨੂੰ ਆਪਣਾ ਇਸ਼ਟ ਨਹੀਂ ਮੰਨਦੀਆਂ, ਪਰ ਸ਼ਬਦ ਬਾਣੀ ਵਿੱਚ ਉਹਨਾਂ ਵੀ ਸੈਂਕੜੇ ਚੇਤੇ ਕੀਤੇ ਹੋਏ ਆ। ਉਹ ਗੁਰੂ ਰੂਪ 'ਚ ਨਹੀਂ ਸਵੀਕਾਰਦੀਆਂ, ਪਰ ਸ਼ਬਦ ਉਹ ਏਡੇ ਮਹਿੰਗੇ ਬੋਲਦੇ ਆ। ਤੇ ਖਾਸ ਕਰਕੇ ਜਦੋਂ ਅਨਹਦ ਸ਼ਬਦ ਦਸਮ ਦਵਾਰ, ਇਹ ਸ਼ਬਦ ਉਹ ਬੋਲਦੇ ਆ ਬਾਣੀ 'ਚੋਂ, ਕਿਉਂਕਿ ਉਹਨਾਂ ਕੰਠ ਕੀਤੇ ਹੋਏ ਨੇ ਸ਼ਬਦ। ਇੱਕ ਹੈ ਬੁੱਧੀ ਦੇ ਤਲ ਤੇ ਗੁਰੂ ਜੀ ਨੂੰ ਆਪਾਂ ਸ਼ਬਦ ਨੌਲੇਜ ਦੇ ਤੌਰ ਤੇ, ਇੱਕ ਹੈ ਗੁਰੂ ਦੇ ਉਸ ਸ਼ਬਦ ਦੀ ਨੌਲੇਜ ਨੂੰ ਨਹੀਂ, ਕੇਵਲ ਉਸ ਅੱਖਰ ਵਿੱਚ ਗੁਰੂ ਦੇ ਆਪੇ ਨੂੰ ਜਾਣ ਕੇ ਪੜ੍ਹਨਾ। ਫਿਰ ਸੁਣਿਓ, ਜੇ ਆਪਾਂ ਜਾਣੋਗੇ ਫਿਰ ਅਰਥ ਕਰੋਗੇ ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਆਪਾਂ ਜਾਣੋਗੇ ਤੇ ਅਰਥ ਕਰੋਗੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਹੁਣ ਉੱਥੇ ਆਪਾਂ ਕਹਾਂਗੇ ਵੀ ਅਸੀਂ ਤੇ ਨਿਰੰਕਾਰ ਦਾ ਗਿਆਨ ਲੈਣਾ, ਤੇ ਸ਼ਬਦ ਕਹਿ ਰਿਹਾ ਬਾਣੀ ਖੁਦ ਨਿਰੰਕਾਰ ਹੈ। ਅਸੀਂ ਕਹਿੰਦੇ ਅਸੀਂ ਗੁਰੂ ਦਾ ਗਿਆਨ ਲੈਣਾ, ਤੇ ਸ਼ਬਦ ਕਹਿ ਰਿਹਾ ਸ਼ਬਦ ਬਾਣੀ ਜਿਹੜੀ ਖੁਦ ਗੁਰੂ ਹੈ। ਉਹ ਇਹ ਸਮੱਸਿਆ ਇਹ ਵੀ ਜੀ, ਕਿਉਂਕਿ ਅਸੀਂ ਸ਼ਖਸੀਅਤਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਸਾਡੀ ਮੈਂ ਬਦਕਿਸਮਤੀ ਕਹਿਣ ਲੱਗਾ, ਤੁਸੀਂ ਮੇਰੇ ਤੋਂ ਪ੍ਰਭਾਵਿਤ ਹੋ ਗਏ। ਜੋ ਮੈਂ ਕਹਿ ਦਿੱਤਾ ਤੁਸੀਂ ਅੱਖਾਂ ਮੀਟ ਕੇ ਮੰਨ ਲਿਆ। ਮੈਂ ਫਿਰ ਵੀ ਬੇਨਤੀ ਕਰਾਂਗਾ, ਬੰਦਾ ਭੁੱਲਣ ਖਾਰ ਹੈ,
ਸ਼ਖਸੀਅਤ ਕੋਈ ਵੀ ਹੋਵੇ ਉਹ ਪ੍ਰਭਾਵਿਤ ਕਰੇਗੀ, ਪਰ ਯਾਦ ਰੱਖੋ ਉਸ ਸ਼ਖਸੀਅਤ ਦਾ ਹਰ ਬੋਲ ਕੋਈ ਜ਼ਰੂਰੀ ਨਹੀਂ ਉਹ ਸੱਚਾਈ ਦੀ ਵਿਆਖਿਆ ਕਰਦਾ ਹੋਵੇ। ਇਸ ਬੇਨਤੀ ਨੂੰ ਬਰੀਕੀ ਨੂੰ ਸੁਣਿਓ। ਫਿਰ ਅਸੀਂ ਉਸੇ ਤਰ੍ਹਾਂ ਆਪਣੀ ਸੁਰਤ ਨੂੰ ਗੁਲਾਮ ਕਰਕੇ ਜਿਵੇਂ ਉਹ ਮੁੜਦਾ ਸੀ ਮੁੜੀ ਜਾਂਦੇ। ਮੈਂ ਇੱਥੇ ਤੱਕ ਬੇਨਤੀ ਕੀਤੀ ਤਾਂ ਵੀ ਗੰਧਰਬਾ ਨਗਰੀ ਆਈ। ਬਾਣੀ 'ਚ ਬੜੇ ਪ੍ਰਮਾਣ ਨੇ ਤੇ ਪਾਠ ਕਰਨ ਵਾਲਿਆਂ ਨੂੰ ਪਤਾ ਹੈ। ਸਭ ਤੋਂ ਜ਼ਿਆਦਾ ਮੈਂ ਬੇਨਤੀ ਕਰਾਂ, ਜਿਹੜੀਆਂ ਘਟਨਾਵਾਂ ਪੁਰਾਣਾਂ ਵਿੱਚ ਆਈਆਂ ਨੇ, ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਜਦੋਂ ਹਵਾਲੇ ਦਿੱਤੇ ਨੇ, ਐਗਜ਼ਾਮਪਲ ਦਿੱਤੀ ਏ, ਤੇ ਪੁਰਾਣਾਂ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਸੱਚ ਦੀ ਵਿਆਖਿਆ ਕੀਤੀ। ਉਂਝ ਅਸੀਂ ਸਾਰੀ ਕਹਿੰਦੇ ਹਾਂ ਮਿਥੋਲੋਜੀ ਹੈ ਜੀ, ਪਰ ਗੁਰੂ ਨੇ ਉਸ ਮਿੱਥ ਨੂੰ ਵੀ ਸੱਚ ਵਿੱਚ ਬਦਲ ਦਿੱਤਾ। ਫਿਰ ਸੁਣੋ, ਜਿਵੇਂ ਆਪ ਰੋਜ਼ ਪੜ੍ਹਦੇ ਹੋ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹੁਣ ਅੱਗੇ ਪੁਰਾਣ ਆ ਗਿਆ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤੁਰਾਇਆ। ਇਹ ਪੁਰਾਣ ਹੈ। ਚਲੋ ਇੱਕ ਸ਼ਬਦ ਮੈਂ ਆਪ ਨੂੰ ਹੋਰ ਸੁਣਾ ਦੇਣਾ ਮਹਾਰਾਜ ਜੀ ਦੀ ਪਵਿੱਤਰ ਬਾਣੀ 'ਚ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਇਹ ਸਾਰੇ ਸ਼ਬਦ 'ਚ ਉਦਾਹਰਨਾਂ ਪੁਰਾਣ ਵਿੱਚੋਂ ਨੇ। ਹੁਣ ਸਮੱਸਿਆ ਸਾਡੀ ਇਹ ਵੇ ਕਿ ਸਾਡੇ ਦਿਮਾਗ 'ਚ ਫਿੱਟ ਕਰ ਦਿੱਤਾ ਵੀ ਦੂਸਰੀ ਕਮਿਊਨਿਟੀ ਦਾ ਜੇ ਕਿਤੇ ਸ਼ਬਦ ਆ ਗਿਆ ਇਹ ਬੰਦਾ ਵਿਕਿਆ ਹੋਵੇਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ, ਪਲੀਜ਼ ਕਿਸੇ ਵੀ ਸੰਸਥਾ, ਕਿਸੇ ਵੀ ਸੰਪਰਦਾ, ਕਿਸੇ ਵੀ ਜਥੇ ਬੰਦੇ ਦੀ ਐਨਕ ਲਾ ਕੇ ਪਾਠ ਨਾ ਕਰੋ। ਜਦੋਂ ਪਾਠ ਕਰਨਾ ਹੈ ਬੇਨਤੀ ਕਰੋ, ਸਤਿਗੁਰੂ ਮੈਨੂੰ ਉਸ ਸੋਝੀ ਵਿੱਚ ਪਾਠ ਦੀ ਸਮਝ ਦੇ ਜਿਸ ਬਿਰਤੀ ਵਿੱਚ ਤੂੰ ਸ਼ਬਦ ਉਚਾਰਨ ਕੀਤਾ ਹੈ, ਕਿਉਂਕਿ ਮੈਂ ਤਾਂ ਪਹਿਲੇ ਤਿਆਰੀ ਕਰੀ ਬੈਠਾ ਵੀ ਇਹਦੀ ਵਿਆਖਿਆ ਇਹ ਹੋਵੇਗੀ। ਹੁਣ ਇਹ ਬਚਨ ਕਹਿ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ। ਗਨਕਾ ਪੁਰਾਣ ਹੈ। ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕੈ ਸਿਮਰਨ। ਇਹ ਵੀ ਪੁਰਾਣ ਦੀ ਘਟਨਾ ਹੈ। ਅਟਲ ਭਇਓ ਧਰੂ ਜਾਂ ਕੈ ਸਿਮਰਨ, ਅਰ ਨਿਰਪੈ ਪਦ ਪਾਇਆ, ਦੁੱਖ ਹਰਤਾ ਹੈ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਦੋ ਉਦਾਹਰਨਾਂ ਹੋ ਗਈਆਂ, ਗਨਕਾ ਤੇ ਧਰੂ ਪੁਰਾਣ ਵਿੱਚੋਂ ਨੇ। ਜਬ ਹੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾਹ ਤੇ ਛੂਟਾ। ਹੁਣ ਮੈਂ ਫਿਰ ਬੇਨਤੀ ਕਰਾਂ, ਅਸੀਂ ਕਹਿੰਦੇ ਹਾਂ ਵੀ ਤਰਕ ਨਾਲ ਗੱਲ ਕਰਨੇ, ਲੌਜਿਕ ਨਾਲ, ਜਿਹੜਾ ਸਾਨੂੰ ਬਹੁਤ ਜ਼ਿਆਦਾ ਅੱਜ ਕੱਲ੍ਹ ਸਵਾਰ ਹੋਇਆ ਪਿਆ ਵੀ ਸਾਇੰਟੀਫਿਕ ਤਰੀਕੇ ਨਾਲ। ਮੈਂ ਇੱਕ ਬੇਨਤੀ ਕਰਾਂਗਾ, ਹੁਣ ਤੁਸੀਂ ਮੰਨਦੇ ਹੋ ਵੀ ਹਾਥੀ ਨੇ ਫੁੱਲ ਤੋੜ ਕੇ ਰੱਬ ਨੂੰ ਦੇ ਦਿੱਤਾ, ਰੱਬ ਨੇ ਉਹਦੀ ਸੁਣ ਲਈ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਇੱਕ ਦੋਹਰਾ ਹੈ ਜਿਹਦਾ ਸਰਲੇਖ ਹੈ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਉ ਨਾਨਕ ਅਬ ਓਟ ਕਰ ਗਜ ਜਿਉ ਕੋ ਸਹਾਏ। ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮੀ ਹੋਤ ਸਹਾਏ। ਹੁਣ ਹਾਥੀ ਦੀ ਉਦਾਹਰਨ ਹੈ। ਇਸ ਕਹਾਣੀ ਨੂੰ ਖਿੱਚਣ ਦੀ ਥਾਂ ਗੁਰੂ ਨੇ ਉਹ ਮਨੌਤਾਂ ਜਿਹੜੀਆਂ ਮਿੱਥ ਵਿੱਚ ਵੀ ਸਨ ਜਾਂ ਇਤਿਹਾਸ ਵਿੱਚ ਪੁਰਾਣਾ ਵੀ ਸਨ, ਵੀ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਕਿ ਉਹਨਾਂ ਦਾ ਸਿਮਰਨ ਕਰਕੇ ਇੱਕ ਹਾਥੀ ਜੂਨ ਵਿੱਚ ਜਾਨਵਰ ਵੀ ਉਹਦੀ ਪੁਕਾਰ ਸੁਣੀ ਜਾਂਦੀ ਏ, ਤੇ ਮਨਾ ਤੂੰ ਕਿਉਂ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ। ਗੱਲ ਤਾਂ ਸਿਰਫ ਇੰਨੀ ਕਿ ਜਬ ਹੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਪਾਰਾ। ਮੇਰੇ ਕਹਿਣ ਤੋਂ ਮੁਰਾਦ ਮੈਂ ਥੋੜਾ ਜਿਹਾ ਵਿੱਚੋਂ ਥਾਂ ਨਿਕਲ ਗਿਆ। ਭਾਈ ਸਾਹਿਬ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ, ਗੰਧਰਬ ਨਗਰੀ ਕਿਹਾ ਜਾਂਦਾ, ਖਰੀ ਚੰਦ ਰਾਜੇ ਦੀ ਨਗਰੀ, ਪਰ ਹੈ ਕੁਝ ਵੀ ਨਹੀਂ। ਉਹ ਨਗਰੀ ਹੈ ਨਹੀਂ, ਪਰ ਕਿਹਾ ਜਾਂਦਾ ਵੀ ਉੱਪਰ ਅਸਮਾਨ ਦੇਖੇ। ਹੁਣ ਕਈ ਵਾਰੀ ਤੁਸੀਂ ਦੇਖਦੇ ਹੋ ਪਹਾੜਾਂ ਦੇ ਵਿੱਚ ਇੰਝ ਲੱਗਦਾ ਜਿਵੇਂ ਨਾ ਇਹ ਵਾਹਿਗੁਰੂ ਬੱਦਲਾਂ ਜਿਵੇਂ ਪਹਾੜ ਬਣਿਆ ਕਿਸੇ ਜਾਨਵਰ ਦੀ ਸ਼ਕਲ, ਉਹ ਸਾਡਾ ਮਨ ਹੀ ਕਲਪਦਾ ਹੈ ਨਾ। ਪਰ ਜੇ ਤੁਸੀਂ ਜਹਾਜ਼ ਤੇ ਚੜੋ, ਹਾਥੀ ਜਿਹੜਾ ਦਿਸ ਰਿਹਾ ਹਾਥੀ ਹੈ ਉੱਥੇ। ਮਹਾਰਾਜ ਕਹਿੰਦੇ ਨੇ ਇਹਨੂੰ ਭਰਮ ਕਹਿੰਦੇ ਆ ਕਿ ਜਿਵੇਂ ਬੱਦਲ ਦੇ ਵਿੱਚੋਂ ਸ਼ਕਲਾਂ ਬਣਦੀਆਂ ਨੇ, ਥੱਲੇ ਬੈਠਿਆਂ ਲੱਗੇਗਾ ਵੀ ਜਿਵੇਂ ਜਾਨਵਰ ਉੱਡਦਾ ਪਿਆ, ਬੱਦਲ ਦਾ ਢਾਂਚਾ ਬਣਿਆ, ਪਰ ਜਦੋਂ ਬੱਦਲ ਦੇ ਨਜ਼ਦੀਕ ਜਾਓਗੇ ਉਹ ਜਾਨਵਰ ਨਹੀਂ ਹੋਵੇਗਾ। ਇਹਨੂੰ ਭਰਮ ਕਹਿੰਦੇ ਆ। ਭਾਈ ਸਾਹਿਬ ਨੇ ਸ਼ਬਦ ਵਰਤੇ ਆ ਕਿ ਭਰਮ ਦਾ ਅਰਥ ਇਹ ਵੇ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ। ਦੂਜਾ ਭਰਮ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ। ਜਦੋਂ ਅੱਤ ਦੀ ਗਰਮੀ ਪੈਂਦੀ ਹੈ, ਰੇਤ ਬਹੁਤ ਚਮਕਦੀ, ਆਪ ਨੂੰ ਪਤਾ ਹੈ ਵੀ ਇੰਜ ਦੂਰੋਂ ਲੱਗਦਾ ਜਿਵੇਂ ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ ਨੇ, ਪਰ ਕਦੀ ਮਿਰਗ ਨੇ ਉਸ ਭਰਮ ਚੋਂ ਪਾਣੀ ਪੀਤਾ?
महाराज ने बाणी च मिर्ग की बहुत उदाहरण दी कि मिर्ग दियां अखां बड़ियां चंगियां ने पर भरम नाल ते वह भी मर गया। वो पानी समझ के दौड़दा है पर खैर रेत की चमक पानी की बूंद भी नहीं लभदी। भाई साहब कहते थल विच तपन भट्ठियां क्यों लह प्यासा, सुपने राज कमाईया कर भोग बिलासा। सुपने च पातशाह बन गया पर भरमे सवेरे उठिया उसे घर विच जिथे सुता सी। छाया बिरख ना रह थिर पूजा क्यों आसा, रुख दी छां थले तो बह के क्यों सारा दिन बदलनी नहीं। शाम नूं इन्हें पासा पलट जाना, भी भरमख है। मेरे कहण तो मुराद भरम जो असलीयत तो दूर। इत्थे सुनो इस गल नूं, क्या भरम महाराज ने शब्द वरते, क्या माया कही है, की भरम ते की माया। हुण एक सवाल होएगा, असीं इन्ना कथा करने पे भरम दी माया दी। जो तिस भावै सोई भला, ਇਹਦਾ मतलब जिस गुरमुख उत्ते परमात्मा ने बख्शिश कर दी ਉਹਦੇ सामने की भरम ते की माया। सच नाल जुड़े कोई नूं ना भरम कदी प्रभावित करदा ते ना कदी माया प्रभावित करदी है, रहिंदा उन्हां विच ही है। क्या भरम क्या माया कही है, जो तिस भावै सोई भला। पर वो नफरत तो भी उपर उठ जाता है। जे कोई भटकदा फिर भी वो शब्द कहता परमात्मा जो तेनू भाउंदा वो ही भला है। मेरे कहण तो मुराद कि गुरमुख रूह ते ना कदी उहनूं भरम प्रभावित करदा ते ना कदी माया करदी है, पर रहिंदा माया ते भरम वालियां विच ही। इसे नूं गुरबाणी ने एक बचन कहा है जी, महाराज दा बचन आउंदा है। मैं ये भी चलो भाई साहब की रचना विचों भी भरम ते माया भुलेखा कढ दे ना असर करे। भाई साहब ने एक बचन किया, उदाहरण समझियो। कहते ने एक यात्री ने किसी मुकाम ते जाना है तो पहला जां गड्डियां ते बैल गड्डियां ते गड्डियां ते जां लोग घोड़ियां ते हाथियां ते ऊंटां ते जां पालकियां ते जांदे ने। वो बंदे ने अपनी मंजिल ते पहुंचना है, होर सौखा कर लिया भी क्या भरम क्या माया कही है। वो रस्ते विच उहनूं जदों एक पहली रात पई, वो सरां विच गया ते सरां भी जदों पहुंचा कमरे तो लड़ाई पई हुंदी सी। हुण वो बंदा जिहड़ा उहने देखिया भी इन्हां रहना ते रात ते सवेरे सारिਆਂ ने निकल जाना सरां छड्ड के, ते कहंदा ये बंदियां नूं हो के गया अद्धी तां रात तक लड़ी जांदे आ। उसे सरां च एक बंदा रात कल्पदा पिया सौण लग्गिया ते एक नूं जिहड़ा कमरा मिलिया थोड़ा जिहा झाड़ू लाया बिस्तरा विछाया, कहंदा इन्हां नूं पता ही नहीं कि अपनी मंजिल नहीं आपां तां रुके आ। हुण देखो सरां इक्को एक दे पल्ले कल्पना पै गई, एक आराम नाल सुत्ता है। फिर सुनो, एक भटक गया, एक उस सरां दी कल्पना नूं ही पॉजिटिव लै गया, कहंदा मैं रात रहना। सवेरे दिन चढ़िया जी, वो चल पिया। भाई साहब कहते थोड़ी जी दूर गया तो किसी का विआह है, बच्चे जवान का, बैंड बाजे बज रहे सन, लोग नच रहे ने। उन्हें वेख्या जरूर, वेख के उन्हें अगली गल कही, मना ये विआह विच बड़ा सोहना चमक दमक है ते तू इत्थे क्यों खलो गया, तेरी मंजिल तां अगे। उन्हें विआह वेख्या जरूर है, क्योंकि अज दा विआह 10 साल बाद यह भी भरम बन जाना है, वो असलीयत चमक दमक नहीं रहनी। उन्हें विआह नूं देखिया, 2 घड़ियां अगे निकल गया। अगे गया किसी जवान की मौत हो गई, लोग वैण पे पाते सन। उहदे मन ने क्या मना, ये तो रब की खेड है, जे उत्थे विआह सी इत्थे मौत है, जिवें उहनूं देख के निकल गया इहनूं भी देख के निकल जा। हुण मेरी बेनती सुनियो, भरम ते माया। लोग कोई रो रहा है, कोई नच रहा है, कोई सरां दे विच रात कल्प रहा है, कोई रोटी तो उलामे दे रहा है, पर वो जिन्हें अपना टारगेट अपनी मंजिल बनाई कि मैं अपने टिकाणे ते पहुंचना है, ना उन्होंने सरां दी कल्पना ने तंग किया, ना विआह दे बैंड वाजियां ने तंग किया, ना किसी दियां ढां ते बलदी कोई चिखा ने तंग किया, ना उन्होंने रोटी दी भुख ने तंग किया। जदों किसी पूछा भी तेरे ते प्रभाव कोई नहीं वापरिया तां तेरे चुगिरदे, वो कहंदा असल च मैं अपनी मंजिल तो कदी थिड़किया नहीं। महाराज कहते बस आ ही जे जिन्हें मंजिल मिथली, ना भरम असर करदा ना माया करदी। भाई साहब ने लिखिया, वाट वटाऊ रात सराई वसिया, उछ चलिया प्रभात मार्ग दसिया, मुया ना पुछै जात विवाह ना हसिया, दाता करे जो दात ना भुखा तसिया, गुरमुख सिमरन वात कमल विगसिया। देखो उदाहरण की, कमल विगसिया, कमल उत्ते ना पानी असर करता है ना चिक्कड़ असर करता है, जिस उत्ते रब की कृपा हो जाए। क्या भरम क्या माया कही है, जो तिस भाव है सोई भला। हुण इस तो अगला जिहड़ा बचन है
इस मेरा ख्याल पता सब नूं चेते वे। दद्दा दोष ना, हाँ मैनूं पता है जिथे नन्ने नूं कन्ना आवेगा मैं उस तरह पूरा बोलांगा। हालांकि आम तौर पर इत्थे नन्ने नूं कन्ना की असीं संगत विच बोलने, पर सिर्फ नन्ना है। दद्दा दोष, दद्दे अखर राही महाराज उपदेश देंदे आ। दोष ना देऊं किसै, पाठ भावें चलो देऊ इत्थे है पर अर्थ कर लग्या देऊं मैं। दद्दे अखर राही महाराज कहंदे ने मैं किसे नूं दोष नहीं देंदा। दद्दा दोष ना देऊं किसै, दोष इत्थे कर्मा पाठ करना, टिप्पी बोलनी है, कर्मा नहीं करना। दद्दा दोष ना देऊं किसै, दोष कर्मा। अगे महाराज शब्द है आपणिया, ऐड़ा करना है जी। मैं इस करके कहना भी जिन्नी को दाते ने सोझी दिती, मैं सच कहना मारी जूरी च ये निमरता विखावे दी नहीं। उदन भी मैं कहा सी कि जिन्ना मर्जी को सियाणा होवे छाती ठोक के नहीं कह सकता मैं गुरु ग्रंथ साहिब दा शुद्ध पाठी हाँ। सानू साडे कोल समझ नहीं कित्थे जी। हुण इत्थे जिहड़ा इन्ने कि जे शब्द आपां चेते रखां भी कन्ना, जिवें क्योंकि अक्सर जपजी साहिब च बहु कन्ने छड्डे जांदे आ। दातार नूं दातार नूं दतार ही बोलिया जांदा है। हुण इत्थे वे दद्दा दोष ना देऊं किसै, दोष कर्मा आपणिया। इत्थे नाना बोलना, नन्ना नहीं बोलना। मैं किसे ते दोष की दियां, मेरे अपने कर्मां दा दोष है। महाराज कहते जो मैं किया, जो मैं कीता, बीज तां मैं बीजिया कर्म दा। जो मैं किया सो मैं पाया, जो कीता सी ओ मैं पा लिया। ते जदों अपने बीजे दी फसल मेरे घर आई ते मैं गवांढियां उत्ते चिकड़ क्यों सट ना पियावां। दोष ना दीजै अवर जना, किसे दूजे नूं दोष क्यों दियां। अवर जना दा अर्थ किसे होर शरीर नूं, किसे जन नूं मैं दूजे नूं दोष कर दियां कि जो कुछ कीता मैं वो मैं पा लिया है। ये महाराज ने अपने ते टुकाया शब्द, पर उपदेश सानू दिता है। ये बड़ा बरीक मसला है गुरबाणी विच, कर्म फिलोसफी जिन्हों समझण वास्ते गुरु बख्शिश करे। इनू दुविधा जा दो पक्ष नहीं कहांगा, पर कथा करदे दोनों पक्ष रखने पैणगे। एक शब्द है जी, पहली गल एक कर्म, थोड़ा जिहा आप जी टिका बनाओ प्लीज़। कर्म शब्द गुरु ग्रंथ साहिब विच दो भाषावां विचों आया है, दो तरह नाल आया है। उचारण इक्को है, भाषावां दो ने। एक कर्म लफ्ज़ जिहड़ा वो संस्कृत तो विचों आया ते एक कर्म शब्द जिहड़ा वो फारसी विचों आया है। उचारण दोनों का इक्को है। जिथे संस्कृत विचों शब्द कर्म आया है, क्रम शब्द बोलिया जाता संस्कृत विच, देवनागरी च भी, उत्थे कर्म का लफ्जी अर्थ है कि शरीर दे एक्शन, शरीर चो कीते हुए काम जो आप काम कर रहे हैं। तो जदों फारसी विचों शब्द कर्म आवेगा, उहदा संबंध बंदे दी बॉडी नाल नहीं, उस कर्म का संबंध अल्लाह ताला खुदावंद पाक परवतगार रब नाल है। उत्थे कर्म का अर्थ है बख्शिश। ये बिल्कुल प्लीज चेते रखियो, सारी बाणी च सिर्फ कर्म दो शब्दां दो भाषावां दा हुंदा है। एक संस्कृत विचों हुंदा है, एक फारसी विचों हुंदा है। जदों संस्कृत विचों हुंदा है उदों कर्म दे लफ्जी अर्थ कीते हुए काम ने, ते जदों फारसी विचों कर्म शब्द हुंदा है उहदे सीधे अर्थ रब दी किरपा है। जिवें हुणे मैं शब्द वरतिया कि दद्दै दोष ना देऊं किसै, दोष कर्मा आपणिया। एक कर्मा शब्द संस्कृत विचों है। कर्म जदों आप पाठ करदे हो, कल असीं एक पाठ कीता सी, चलो असीं जपजी साहिब च एक पाठ करो कि जिन को नदर कर्म तिनकार। हुण वो कर्म ये अर्थ नहीं करेगा जिहड़े असीं इत्थे पे करने। उत्थे कर्म फारसी नाल जुड़िया शब्द है, नजरे कर्म। जिन को नदर कर्म तिनकार, जिन्हां उत्ते तेरी बख्शिश भरी नज़र हो जाए। फारसी विच कर्म दा अर्थ है बख्शिश, ते संस्कृत पर कर्म दा अर्थ है जी कीते हुए काम। महाराज ने इत्थे कहा भी जो मैं कीता वो मैं पाया। हुण थोड़ा जिहा इहनूं सुणियो जी। पहली गल, ਜਿਹੜੇ ਬੰਦੇ ਆਸथा नहीं रखते परमात्मा वाले पासे, वो भी उन्हीं बनाए ने, बुरे भले सब थारी है ना। वो एक गल कहंदे आ भी कोई कर्म नहीं, कोई पुण्य नहीं,
कोई पाप नहीं, कोई लेखा नहीं। ਇਹ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਨੇ ਦੁਨੀਆ ਨੂੰ ਠੱਗਣ ਵਾਸਤੇ ਡਰਾਵੇ ਬਣਾਏ ਆ। ਬਸ ਇਸ ਤਰ੍ਹਾਂ ਹੀ ਹੈ ਨਾ ਸ਼ਬਦ, ਇਹ ਕੁਛ ਨਹੀਂ ਹੈਗਾ। ਕੋਈ ਕਿਸੇ ਨੇ ਲੇਖਾ ਨਹੀਂ ਪੁੱਛਣਾ। ਵੇਖੋ ਆਪਾਂ ਕਿਸੇ ਤੇ ਕੋਈ ਤਰਕ ਨਹੀਂ, ਪਰ ਆਪਾਂ ਆਪਣੇ ਸਤਿਗੁਰੂ ਜੀ ਤੋਂ ਤਾਂ ਪੁੱਛ ਸਕਨੇ ਆ। ਮਹਾਰਾਜ ਇਹ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਇਸ ਗੱਲ ਦੀ ਗਵਾਹੀ ਦਿੰਦੇ ਆ, ਭਾਈ ਸੱਜਣੋ, ਕਿ ਇਸ ਭੁਲੇਖੇ 'ਚ ਨਾ ਰਿਓ ਵੀ ਕਰਮ ਧਰਮ ਕੁਛ ਨਹੀਂ ਹੁੰਦਾ। ਇਸ ਭੁਲੇਖੇ 'ਚ ਨਾ ਰਿਓ ਵੀ ਜੋ ਕਰਨੇ ਆ ਇਹਦਾ ਫਲ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਇੱਕ ਉਦਾਹਰਨ ਦਿੰਦੇ ਨੇ, ਪੁੰਨੀ ਪਾਪੀ ਆਖਣ ਨਾ ਹੈ, ਜਪਜੀ ਸਾਹਿਬ 'ਚ। ਇਹਦਾ ਅਰਥ ਹੈ ਪੁੰਨ ਤੇ ਪਾਪ ਮੁਹਾਵਰੇ ਤੇ ਅਖਾਣ ਨਹੀਂ ਵਰਤੇ। ਪੁੰਨੀ ਪਾਪੀ ਆਖਣ ਨਾ ਹੈ। ਇੱਥੇ ਜਿੰਨੇ ਟੀਕਾਕਾਰਾਂ ਨੇ ਅਰਥ ਕੀਤਾ, ਇੱਥੇ ਆਖਣ ਦਾ ਅਰਥ ਬੋਲਣਾ ਨਹੀਂ। ਇੱਥੇ ਜਿਵੇਂ ਮੁਹਾਵਰੇ ਅਖਾਣ ਨਹੀਂ ਹੁੰਦੇ ਵੀ ਇਹਨੇ ਤੇ ਅਖਾਣ ਪਾ ਦਿੱਤਾ। ਹੁਣ ਇੱਥੇ ਆਖਣ ਦਾ ਲਫ਼ਜ਼ੀ ਅਰਥ ਮੂੰਹ ਤੋਂ ਬੋਲਣਾ ਨਹੀਂ, ਇਹਦਾ ਅਰਥ ਹੈ ਮੁਹਾਵਰਾ ਨਹੀਂ। ਸਿਰਫ ਤੁਹਾਨੂੰ ਭੁਲੇਖੇ 'ਚ ਪਾਉਣ ਲਈ ਅਖਾਣ ਨਹੀਂ ਵਰਤਿਆ। ਪੁੰਨੀ ਪਾਪੀ ਆਖਣ ਨਾ ਹੈ। ਅੱਗੇ ਮਹਾਰਾਜ ਫਿਰ ਕਹਿੰਦੇ ਆ ਹੈ ਕਿ ਕਰ ਕਰ ਕਰਨਾ, ਜੋ ਮੈਂ ਕਰਮ ਕਰਨਾ ਪਿਆ, ਕਰ ਕਰ ਕਰਨਾ ਲਿਖ ਲੈ ਜਾਓ। ਜੋ ਤੂੰ ਕਰਮ ਕਰ ਰਿਹਾ ਹੈ, ਤੇਰਾ ਹਰ ਕਰਮ ਲਿਖਿਆ ਜਾ ਰਿਹਾ ਹੈ। ਤੇ ਸੱਚ ਇਹ ਵਿੱਚ ਚੰਗਾ ਵੀ ਲਿਖਿਆ ਜਾਂਦਾ ਹੈ, ਮੰਦਾ ਵੀ ਲਿਖਿਆ ਜਾਂਦਾ ਹੈ। ਕਰ ਕਰ ਕਰਨਾ ਲਿਖ ਲੈ ਜਾਓ। ਤੇ ਮਹਾਰਾਜ ਫਿਰ ਇਹਨੂੰ ਕਲੀਅਰ ਅਗਲੀ ਤੁਕ ਵਿੱਚ ਕਰਦੇ ਆ, ਆਪੇ ਬੀਜ। ਇਹ ਫਿਰ ਮਤਲਬ ਕਰਮ ਫਿਲਾਸਫੀ ਕਲੀਅਰ ਹੁੰਦੀ ਪਈ ਕਿ ਆਪੇ ਬੀਜ ਆਪੇ ਹੀ ਖਾਓ। ਜੋ ਤੂੰ ਬੀਜਿਆ ਹੈ ਉਹਨੂੰ ਤੈਨੂੰ ਖਾਣਾ ਪਏਗਾ। ਹੁਣ ਜਦੋਂ ਆਪ ਜੀ ਅਖੀਰ ਤੇ ਪਹੁੰਚਦੇ ਹੋ ਸ਼ਲੋਕ ਤੇ, ਉੱਥੇ ਕਰਮ ਦਾ ਜ਼ਿਕਰ ਕੀਤਾ। ਕਰਮੀ ਆਪੋ ਆਪਣੀ, ਸੰਸਕ੍ਰਿਤ ਦਾ ਸ਼ਬਦ ਕਰਮੀ, ਉੱਥੇ ਆਪਣੇ ਆਪਣੇ ਕਰਮਾਂ ਮੁਤਾਬਕ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਕਰਕੇ ਕੋਈ ਨੇੜੇ ਹੋ ਗਿਆ, ਕਰਮ ਕਰਕੇ ਕੋਈ ਦੂਰ ਹੋ ਗਿਆ। ਇਸ ਤੋਂ ਅਗਲੀ ਬੇਨਤੀ ਵੇਖੋ, ਮੈਂ ਇੱਕ ਦੋ ਇਸ ਸੰਬੰਧੀ ਕਰਮ ਤੇ ਅੱਜ ਮੈਂ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਇਹ ਵੀ ਕਰਮ ਹੈ, ਚੰਗਾ ਹੈ ਮੰਦਾ ਹੈ, ਇਹਨੂੰ ਕੋਈ ਭੁੱਲ ਨਹੀਂ ਸਕਦਾ। ਭਾਵੇਂ ਚਲੋ ਆਪ ਇਹਨਾਂ ਦਿਨਾਂ 'ਚ ਵਿਸ਼ੇਸ਼ ਕਰਕੇ ਆਉਂਦੇ ਹੋ, ਪੁਰਬ ਵਾਲੇ ਦਿਨ ਵਿਸ਼ੇਸ਼ ਆਉਂਦੇ ਹੋ, ਪਰ ਇੱਕ ਗੱਲ ਜ਼ੇਨ ਵਿੱਚ ਰੱਖ ਕੇ ਤੁਰਿਓ ਕਿ ਜਦੋਂ ਤੁਸੀਂ ਘਰੋਂ ਤੁਰਨ ਲੱਗਦੇ ਹੋ, ਤੁਹਾਡੇ ਕਰਮਾਂ ਦੀ ਉਹ ਖੇਤੀ ਬੀਜੀ ਜਾਂਦੀ ਪਈ ਹੈ ਜਿਹਨੇ ਬੁਰੇ ਕਰਮਾਂ ਨੂੰ ਨਸ਼ਟ ਕਰ ਦੇਣਾ ਹੈ। ਆਪ ਜੀ ਭਾਵੇਂ ਕੀਰਤਨ ਸੁਣੋ, ਕਥਾ ਸੁਣੋ, ਜੋ ਮਰਜ਼ੀ ਸੁਣੋ ਇੱਥੇ, ਪਰ ਸ਼ਰਤ ਅੰਦਰ ਦੀ ਭਾਵਨਾ ਪ੍ਰਬਲ ਹੋਵੇ, ਮੈਂ ਕਰਨ ਕੀ ਆਇਆ। ਉਹ ਕਰਮ ਕਦੀ ਵਿਅਰਥ ਜਾਂਦੇ ਹੀ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿੰਨੇ ਭਗਤ ਸਾਹਿਬ ਨੇ, ਭੱਟ ਸਾਹਿਬ, ਗੁਰੂ ਸਾਹਿਬ, ਸਭ ਨੇ ਇੱਕ ਜ਼ਬਾਨ ਹੋਕਾ ਦੇ ਕੇ ਕਿਹਾ, ਲੋਕੋ ਜੋ ਕਰਮ ਕਰਦੇ ਪਏ ਹੋ ਇਹਦਾ ਫਲ ਜ਼ਰੂਰ ਮਿਲੇਗਾ। ਜਿਵੇਂ ਬਾਬਾ ਫਰੀਦ ਸਾਹਿਬ ਦੇ ਅਸੀਂ ਬਚਨ ਪੜ੍ਹਨੇ, ਉਹਨਾਂ ਦਾ ਇੱਕ ਬਚਨ ਹੁੰਦਾ ਹੈ ਜੀ, ਫਰੀਦਾ ਵੇਖ ਕਪਾਹ ਜੇ ਥੀਆ, ਜੇ ਸਿਰ ਥੀਆ ਤਿਲਾਹਾਂ, ਕਾ ਮਾਦੈ ਅਰ ਕਾਗ ਦੇ ਕੁੰਨੇ ਕੋਏ ਲਿਆ। ਇਹ ਸ਼ਲੋਕ ਨੂੰ ਮੈਂ ਅਰਥ ਕਰ ਦੇਣਾ ਕਿਉਂਕਿ ਸੰਗਤ 'ਚੋਂ ਇੰਨੀ ਆਵਾਜ਼ ਨਹੀਂ ਆਈ ਬੋਲਣ ਦੀ। ਇਹਦਾ ਮਤਲਬ ਇਹਦੇ ਅਰਥ ਕਰਨੇ ਪੈਣਗੇ। ਵੇਖ ਕਪਾਹ ਜੇ ਥੀਆ, ਆਪ ਸਭ ਨੂੰ ਪਤਾ ਕਪਾਹ ਵੇਲੀ ਜਾਂਦੀ ਹੈ ਵੇਲਣੇ 'ਚ। ਇਹ ਸਿਰਫ ਇੱਕ ਉਦਾਹਰਨ ਲਈਏ। ਕਹਿੰਦੇ ਨੇ ਵੇਖ ਫਰੀਦ ਜਿਵੇਂ ਕਪਾਹ ਨੂੰ ਵੇਲਣੇ ਵਿੱਚ ਵੇਲਦੇ ਆ। ਜੇ ਸਿਰ ਥੀਆ ਤਿਲਾਂ, ਜਿਵੇਂ ਤਿਲਾਂ ਨੂੰ ਕਹਾਣੀ ਵਿੱਚ ਪਾ ਕੇ ਕੋਲੂ ਵਿੱਚ ਪੀੜਿਆ ਜਾਂਦਾ ਹੈ। ਕਪਾਹ ਨੂੰ ਵੇਲਣੇ ਵਿੱਚ, ਤਿਲਾਂ ਨੂੰ ਕਹਾਣੀ ਬਣਾ ਕੇ ਕੋਲੂ ਵਿੱਚ। ਵੇਖ ਕਪਾਹ ਜੇ ਥੀਆ, ਜੇ ਸਿਰ ਥੀਆ ਤਲਾਂ, ਕਾ ਮਾਦੇ ਅਰ ਕਾਗਦਾ। ਆਪ ਨੂੰ ਪਤਾ ਕਮਾਦ ਨਾਲ ਗੰਨਾ, ਆਪਾਂ ਤੇ ਤਾਂ ਚਲੋ ਸਭ ਨੂੰ ਪਤਾ ਹੈ। ਇਹਨੂੰ ਗੁਰੂ ਨਾਨਕ ਸਾਹਿਬ ਨੇ ਵੀ ਲਿਆ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈਐ, ਤਪੈ ਤੈ ਬਿਲ ਲਾਏ, ਪੀਸੋ ਫੋਗ ਸੰਭਾਲੀਐ, ਦੀਚੈ ਅੱਗ ਜਲਾਏ, ਨਾਨਕ ਮਿੱਠੈ ਪਤਰੀਐ, ਵੇਖੋ ਲੋਕਾ ਆਏ। ਆ ਗੁੜ ਬਣਾਉਣ ਦੀ ਸਾਰੀ ਮਹਾਰਾਜ ਨੇ ਗੱਲ ਕਰ ਦਿੱਤੀ। ਸਿਰਫ ਇਹਦਾ ਫਿਰ ਸੁਣਿਓ, ਉਦਾਹਰਨ ਦਿੱਤੀ ਕਰਮ ਦੀ। ਵੇਖ ਜੇ ਮਿੱਠਾ ਕੱਟਿਆ, ਗੰਨੇ ਨੂੰ ਅਸੀਂ ਪਾਲਨੇ ਆ ਪਰ ਕੱਚਾ ਗੰਨਾ ਨਹੀਂ ਕੱਟਦੇ। ਜਿੱਦਣ ਮਿਠਾਸ ਭਰੀ ਗਈ ਉਦਣ ਕੱਟ ਦਿੱਤਾ। ਕੱਟਣ ਤੋਂ ਬਾਅਦ ਉਹਦਾ ਉੱਪਰ ਵਾਲਾ ਛਿਲਕਾ ਲਾਇਆ, ਉਹਦਾ ਹਰਾ ਆਗ ਜਿਹੜਾ ਸੀ, ਸਾਡੇ ਆਗ ਕਹਿੰਦੇ ਸਨ, ਉਹ ਕੱਟ ਦਿੱਤਾ। ਫਿਰ ਲਿਆ ਕੇ ਖੱਬੜ ਸ਼ਬਦ ਨੇ, ਪਰਾਲੀ ਦੇ ਵੱਟ ਕੇ ਬੰਨ੍ਹਦੇ ਹੁੰਦੇ ਸਾਂ, ਸਾਡੇ ਬਾਹਰ 'ਚ ਖੱਬੜ ਕਹਿੰਦੇ ਸਨ ਜੀ, ਬੇੜ ਕਹਿੰਦੇ ਨੇ ਆਪਣੇ ਕਈ ਸ਼ਬਦ।
सीधी गल जी, रस्सी बना के वो बन भी दिते, फिर लिया के कोलू दियां लट्ठां च पीड़ दिता। महाराज कहते पीड़न तो बाद केड़ा खैड़ा छुट गया, कोल बलदी पई सी अग, ते किरसान ने की कीता, जेड़ी ओदियां पच्छियां सन, पच्छियां शब्द ही वरदे ना, जेड़ा ओदियां छिलड़ां सन, मैं लफ्ज तां पुराने बोलना पिया क्योंकि किते ना किते शब्द जिउंदे रहन। ओदियां छिलड़ां नूं, पच्छियां नूं चुक के बाहर नहीं सट्टिया, कहंदे सुकने पा दिओ, ते क्योंकि गन्ने दे विच हुंदी है मिठास, ते जदों ओहदे छिलका सुकदा पीड़िया होया, वो इस तरह मचदा जिवें पेट्रोल मचदा है, क्योंकि शुगर है ना उहदे च, वो अग की तरह मचदा अग विच। महाराज कहते हैं मिठे नूं कट्टिया, कट के कोलू विच पीड़िया, पीड़ के रस नूं कड़ाहे विच पा दिता, ओहदे छिल्लड़ नूं, ओहदे छिलके नूं, ओहदियां पच्छियां नूं उन्हां ने अग विच फूक दिता। ते तुहानूं पता है जदों कड़ाहे विच रोह तपदी है, उदों निक्कियां निक्कियां अखां निकलदियां, बुलबुले निकलदे ना। महाराज कहंदे इन्हां दी आवाज़ सुनो, आप नूं पता कड़ाहे चों आवाज़ आउंदी। हुण गुरु साहब एक उदाहरण लई, मेरा ख्याल अज वाला विद्वान वो कहेगा जी ये ते गन्ने नाल गल्लां कराउण लग पए, बाबे नानक दियां कीतियां बाबे ने। हुण उस कड़ाहे विचों छूं छूं दी आवाज़ आए, ते महाराज कहंदे तू तां मिठा सैं, तेरे नाल की बन गया। उस कड़ाहे विचों बोल के कहंदा बाबा दुनिया नूं समझा कि मैं सिर्फ कुछ महीने मिठे दा आदी बनिया, मेरे नाल आ बन गया, जेड़े सारी जिंदगी वकार मिठे करके खांदे ने, इन्हां दा की बनेगा, मेरे तां शरीर नूं भी फूक दिता। हुण महाराज ने उत्थे एक उदाहरण लई है जी वकारां दी, वासनावां दी। महाराज ने कहंदे ने, मैं फिर करां, वे कपाह जे थिया जे सिर थिया, तिलां काम आदे अरकाग दे कुन्ने कोयलियां, कुन्ना मिट्टी दा, वलटोई खांडी, उत्ते की बीतदी, कोयले नाल की कोयला 2 वारी 3 वारी सड़दा। वे कपाह जे थिया जे सिर थिया, तिलां काम आदे अरकाग दे कुन्ने कोयलियां, मंदे अमल करेंदियां, दद्दै दोष ना देऊं किसे दोष कर्मा आपणिया, मंदे अमल करेंदियां ए सजाए तिना। इनू बाबा जी ने कहा लोड़ां दाख बजूरियां, किकर बीजा जट। जिमीदारा तू बीजना पिया जमीन दे विच किकर दे बीज, ते ये आस करना भी जदों पेड़ा बनेगा ते इहदे विचों दाखां निकलणगियां, अंगूर निकलणगे, इहदे विचों बदाम निकलणगे। नहीं, जिन्नी देर तक बीज धरती विच लोग भरोसा करनगे, पर जदों मूँह पाड़ के 16 बाहर आ गई उदों पता लग जाएगा इन्हें कर्मां दा बीज की बीजिया है। मैं पहली सिर्फ उदाहरण तां दित्ती है जी कि लोड़ां दाख बजूरियां, किकर बीजे जट, खंड है उन कताएं दा पैंदा लोड़ै पट। हुण अगली गल कर्म, फिर सानू गुरु दसदा भी इनू मर्यादा कहने असीं। गुरु परमेश्वर ने इंसान पैदा कर दिता, गुरु ने आके नाल नाल दस्या भी आ ना करी ते आ करी। सुनो इस गल नूं, फिर मैं अगे बेनती करनी, मान लो आ गुरमत दी वक्खी विशेषता है। आम तौर पर कहा जाता है जेड़ा कर्म किया तेनू हर हालत विच भुगतना ही पैना है, पर गुरु इस तो अगे आके कहता नहीं, जे तू कर्म कर बैठा है, जिउंदे जी तेरे कर्म दे प्रति पछतावे दा एहसास पैदा हो गया है, तेरा गुरु कीते हुए कर्म नू भी खत्म कर देगा, सजा तो बचा दूगा तेनू। मैं जिहड़ी असल बेनती करनी है, पहली गल कि यह शब्द असीं वरते भी गुरु फिर दसदा। हुण सवाल उठेगा जी किवें? आप आसा की वार पढ़ दो, एक बचन हुंदा है, ऐसी कला ना खेडीए जित दरगह गया हारीए। ये दस दिता भी इहो जिहियां कलाबाजियां ना लाई, रब दी दरगाह चार जाए, ये समझाया है ना। हुण असीं कही भी कर्म सानू दसो जी किवें? आ सुखमनी साहिब च पढ़ो, मिथ्या ना ही रसना परस। गुरु समझांदा पिया झूठ वाला कर्म ना करी। गुरु समझाते ने पर तेरिया रूप ना पेखा नेत्र, ये कर्म ना करी। कर ना सुना काहू की निंदा, ये कीजिए कर्म फिलासफी नू शुद्ध नहीं कर रही। तू ये काम ना करी, इन्हां तो बची। वार वार गुरु शब्द दिंदा है। असीं एक बचन पढ़ने, ऐसा काम मूले ना कीचै जित अंत पछोताईए। गुरु अमरदास गुरु साहब क्यों नहीं रोकते जी? वार वार वो दस दे, दोवें पक्ष रहिंदे बंदे, हम तेरी मर्जी, एक आई एक आई, तू किहड़े पासे चलना चाहना है। मैं इस करके बेनती की गुरु ग्रंथ साहिब च इत्थों तक कहा,
ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਚੰਗੇ ਕਰਮ ਕਰ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ। ਰੱਬ ਦੇ ਬੂਹੇ ਅੱਗੇ ਕਿਤੇ ਸ਼ਰਮਸਾਰ ਨਾ ਹੋ ਜਾਈ। ਤੂੰ ਬਚਾ ਆਪਣੇ ਆਪ ਨੂੰ। ਹਾਂ, ਹਿੰਦੂਇਜ਼ਮ ਕਹਿੰਦਾ ਕਿ ਬੰਦਾ ਕਰਮ ਕਰਨ ਵਿੱਚ ਸੁਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਤੇਰੀ ਮਰਜ਼ੀ ਹੈ ਤੂੰ ਗੁਰਦੁਆਰੇ ਜਾਣਾ ਹੈ, ਤੇਰੀ ਮਰਜ਼ੀ ਹੈ ਤੂੰ ਨਾਚ ਗਲ ਵੱਲ ਜਾਣਾ ਹੈ, ਇਹ ਤੂੰ ਫੈਸਲਾ ਕਰਨਾ ਹੈ। ਪਰ ਚੇਤੇ ਰੱਖੀ ਜਿਹੜਾ ਕਰ ਬੈਠਾ ਤੇਰੀ ਮਰਜ਼ੀ ਹੋ ਗਈ, ਤੇ ਜਦੋਂ ਉਹਨੇ ਆਪਣਾ ਫੈਸਲਾ ਦੇਣਾ ਉਦੋਂ ਤੇਰੀ ਮਰਜ਼ੀ ਨਹੀਂ ਜਾਣੀ, ਭੋਗਣਾ ਪਰਤੰਤਰ ਬਣ ਕੇ ਪੈਣਾ ਹੈ। ਗੁਰੂ ਸਾਹਿਬ ਜੀ ਨੇ ਕਰਮ ਤੇ ਜ਼ੋਰ ਦਿੱਤਾ। ਅਗਲੀ ਗੱਲ ਕੱਲਾ ਸਿੱਖਾਂ ਨੂੰ ਨਹੀਂ, ਮਹਾਰਾਜ ਜਦੋਂ ਜਾਂਦੇ ਆ, ਅਸੀਂ ਪੜ੍ਹਦੇ ਆ, ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ, ਉੱਥੇ ਵੀ ਕਰਮ ਦੀ ਗੱਲ ਕੀਤੀ, ਉੱਥੇ ਸੰਪਰਦਾ ਦੀ ਗੱਲ ਨਹੀਂ ਕੀਤੀ। ਗੁਰਮੁਖੋ ਫਿਰ ਧਿਆਨ ਨਾਲ ਇੱਕ ਮੇਰੀ ਬੇਨਤੀ ਸੁਣਿਓ, ਵਿਸ਼ਾ ਥੋੜਾ ਜਿਹਾ ਮਹਿੰਗਾ ਹੈ ਪਰ ਮੈਂ ਬੜੇ ਸਰਲ ਸ਼ਬਦ ਵਰਤਾਂਗਾ, ਕੋਈ ਡੂੰਘੇ ਸ਼ਬਦ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸੇ ਧਰਮ ਨੂੰ ਇਸ ਕਰਕੇ ਨਖਿੱਧ ਨਹੀਂ ਕੀਤਾ ਉਹ ਧਰਮ ਮਾੜਾ ਹੈ। ਗੁਰੂ ਕਹਿੰਦਾ ਜਿਹੜਾ ਧਰਮ ਦੇ ਕਰੈਕਟਰ ਨੂੰ ਧਾਰਨ ਨਹੀਂ ਕਰਦਾ ਉਹ ਬੰਦਾ ਮਾੜਾ ਹੈ। ਧਰਮ ਆਪਣੇ ਆਪ 'ਚ ਮਾੜਾ ਥੋੜਾ ਹੁੰਦਾ। ਜਿਵੇਂ ਜਨੇਊ ਦੀ ਗੱਲ ਕੀਤੀ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗੱਲ ਪਾਵੇ। ਸੂਤ ਦਾ ਧਾਗਾ ਮੰਤਰ ਪੜ੍ਹ ਕੇ ਪਾ ਲਿਆ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਹੁਣ ਦੂਜੇ ਪਾਸੇ ਬਾਬਾ ਫਰੀਦ ਨੂੰ ਪੁੱਛੋ, ਉਹ ਆਪਣੇ ਢੰਗ ਨਾਲ ਕਹਿਣਗੇ ਕੰਨ ਮੁਸੱਲਾ ਸੂਬ ਗਲ, ਦਿਲ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ, ਦਿਲ ਅੰਧਿਆਰੀ ਰਾਤ। ਮੁਸੱਲਾ ਉਹ ਵਿਛਾ ਕੇ ਨਮਾਜ਼ ਪੜ੍ਹਦਾ। ਗੁਰੂ ਸਾਹਿਬ ਇੱਥੇ ਇੱਕ ਸਵਾਲ ਕਰਦੇ ਆ ਮਹਾਰਾਜ ਨੂੰ। ਦੇਖੋ ਜਦੋਂ ਇੱਥੇ ਆਪਾਂ ਆਸਾ ਕੀ ਵਾਰ ਕੀਤੀ ਸੀ ਨਾ ਜੀ, ਵਾਹਿਗੁਰੂ ਅੱਜ ਸਾਰੇ ਧਰਮਾਂ ਦਾ ਜ਼ੋਰ ਲੱਗਾ ਹੈ ਇਸ ਗੱਲ ਤੇ ਰੱਬ ਦੀ ਸਿਫਤ ਕਰਨ ਦੀ ਥਾਂ ਦੂਜੇ ਦੀ ਬੇਇੱਜ਼ਤੀ ਕਰਨ ਤੇ, ਲਾਲਚ ਦੇ ਕੇ ਸਾਡੀ ਗਿਣਤੀ ਵੱਧ ਜਾਏ। ਇਹ ਸਾਰੀ ਪੋਲੀਟੀਕਲ ਗੇਮਾਂ ਨੇ ਜੀ, ਵੱਡੇ ਪੱਧਰ ਦੀਆਂ ਨੇ, ਇਹ ਛੋਟੇ ਦੀਆਂ ਨਹੀਂ। ਸਾਡੀ ਗਿਣਤੀ ਬਹੁਤ ਵੱਧ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦਾ ਇੱਕੋ ਗੱਲ ਕਿ ਭੀੜਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਪਰ ਸੱਚ ਨੂੰ ਕਮਾਉਣ ਵਾਲਾ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਹੁੰਦਾ ਹੈ। ਸਾਰੀ ਦੁਨੀਆ ਧਰਮੀ, ਅਸੀਂ ਕਹੇ ਮੈਂ ਆਪਣੇ ਨੂੰ ਕਹਾਂ ਵੀ ਮੈਂ ਧਰਮੀ ਖਾਂ, ਧਰਮ ਦੇ ਨਾਂ ਤੇ ਭੀੜ ਹੁੰਦੀ ਹੈ। ਹੁਣ ਜਿਵੇਂ ਇੱਕ ਸ਼ਬਦ ਆਪ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹੋ, ਸ਼ਲੋਕ ਮੈਂ ਪੜ੍ਹ ਦੇਣਾ, ਮੁਸਲਮਾਨਾਂ ਸਿਬਤ ਸਰਈਅਤ ਪੜ੍ਹ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ। ਮੁਸਲਮਾਨ ਕਹਿੰਦਾ ਜਿਹੜਾ ਮੇਰੀ ਸ਼ਰ੍ਹਾ ਦਾ ਪਾਬੰਦ ਉਹ ਹੀ ਬੰਦਾ ਹੈ, ਉਹਨੂੰ ਰੱਬ ਦੇ ਦੀਦਾਰ ਹੋਣਗੇ। ਹਿੰਦੂ ਸਾਲਾਹੀ ਸਾਲਾਨ ਦਰਸ਼ਨ ਰੂਪ ਅਪਾਰ, ਤੀਰਥ ਨਾਮੈ ਅਰਚਾ ਪੂਜਾ ਅਗਰ ਵਾਸ ਬੇਕਾਰ। ਹਿੰਦੂ ਜਿਹੜਾ ਉਹ ਪੁਰਾਣ ਪੜ੍ਹ ਰਿਹਾ, ਤੀਰਥਾਂ ਦੇ ਇਸ਼ਨਾਨ ਕਰ ਰਿਹਾ, ਧੂਪ ਬੱਤੀ ਕਰ ਰਿਹਾ। ਜੋਗੀ ਸੁਨ ਧਿਆਨ ਜੇਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਜੋਗੀ ਸੂਖਮਤਾ ਦਾ ਧਿਆਨ ਧਰਦਾ ਹੈ, ਸੁਨ ਦੀ ਗੱਲ ਕਰਦਾ ਹੈ, ਪਰ ਜਦੋਂ ਸੁਨ ਦੇ ਫੁਰਨੇ ਤੇ ਪਹੁੰਚਦਾ ਤੇ ਰੱਬ ਦੀ ਚਿੱਤਰ ਬਣਾ ਲੈਂਦਾ ਹੈ। ਮੈਂ ਇਹਦੀ ਜ਼ਿਆਦਾ ਡਿਟੇਲ 'ਚ ਨਹੀਂ ਗੱਲ ਕਰਨੀ, ਸਿਰਫ ਇੰਨੀ ਕੁ। ਮਹਾਰਾਜ ਕਹਿੰਦੇ ਧਰਮ ਕੀ ਕਰ ਰਹੇ ਨੇ? ਜੋਗੀ ਸੁਨ ਧਿਆਨ ਜੇਤੇ ਲਖ ਨਾਮ ਕਰਤਾਰ, ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਤੀਆਂ ਮਨ ਸੰਤੋਖ ਉਪਜੈ, ਦਾਨੀ ਇਸ ਕਰਕੇ ਜੇਬ ਦੀ ਖਰਚਾ ਰੋਕਦੇ ਪਏ ਆ, ਸ਼ਾਇਦ ਦਾਨ ਕੀਤਿਆਂ ਬਿਜ਼ਨਸ ਹੋਰ ਵਧੇ। ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੇ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸ਼ੋਭ ਕਰੈ ਸੰਸਾਰ। ਚੋਰਾਂ ਜਾਰਾਂ ਤੈ ਕੁੜਿਆਰਾਂ, ਖਾਰਾਬਾਂ ਵੇਕਾਰ, ਇੱਕ ਹੁੰਦਾ ਖਾਏ ਚੱਲੇ ਅਥਾਉ ਤਿਨਾ ਪਿਕਾਈ ਕਾਰ। ਇਹਦੇ ਅਖੀਰ ਵਿੱਚ ਮਹਾਰਾਜ ਨੇ ਇੱਕ ਬਚਨ ਕੀਤਾ ਹੈ। ਸਤਿਗੁਰੂ ਕਹਿੰਦੇ ਆ ਨਾਨਕ ਭਗਤਾਂ ਭੁੱਖ ਸਲਾਹਣ। ਇੱਥੇ ਨਾ ਭਗਤ ਲਈ ਹਿੰਦੂ ਸ਼ਬਦ ਵਰਤਿਆ, ਨਾ ਜੋਗੀ ਵਰਤਿਆ, ਨਾ ਮੁਸਲਮਾਨ ਵਰਤਿਆ, ਉੱਚੇ ਸ਼ਬਦ ਦਾ ਜ਼ਿਕਰ ਕੀਤਾ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਭਗਤ ਕਿਹੜੇ ਫਿਰਕੇ ਦਾ ਹੈ ਜੀ? ਮੈਂ ਇਸ ਕਰਕੇ ਬੇਨਤੀ ਆਪ ਨੂੰ ਕਰਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲੱਗਿਆਂ ਇੱਕ ਗੱਲ ਜ਼ੇਨ 'ਚ ਲੈ ਕੇ ਤੁਰਿਓ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇੱਕੋ ਗੱਲ ਕਹਿੰਦਾ, ਰੱਬ ਦੀ ਬੰਦਗੀ ਕਰਨ ਵਾਲਾ ਇਨਸਾਨ ਕਿਸੇ ਸੰਪਰਦਾ ਦੇ ਨਾਲ ਸੰਬੰਧਿਤ ਹੋਵੇ, ਜਿਹੜਾ ਸੱਚਮੁੱਚ ਸੱਚ ਨਾਲ ਜੁੜ ਗਿਆ, ਉਹ ਮੈਨੂੰ ਸਵੀਕਾਰ ਹੈ। ਤੇ ਜੇ ਹੁਣ ਕਈ
सिख की गल करते आप गुस्सा कर लेने बड़ी छेती, पर शब्द तो साढ़े तो उत्थे एक सवाल सी गुरु नानक साहब नूं। देखो मैं जो बाबा जी की भाई गुरदास साहब की पहली वार पढ़ने ना जी, पहला मेरे चित्त च भी आया न्यूजीलैंड आने तो पहला कि भाई साहब की जी पहली वार वो कथा कर दी कि सतगुरु नानक प्रगटिया, क्योंकि वो टाइम बहुत लग जाना सी। हुण जोगी मिलते हैं, बदकिस्मती ये भी पता लग जाता है भी यदी कमाई बड़ी है गुरु नानक साहब की, यह भी पता है भी साडियां करामातां इहदे ते नहीं चलनियां। बदकिस्मती पता लगन के बावजूद भी कहते ने जे किते साडे जथेबंदी च रल जाए साडी जय जयकार हो जाए। आह सिखां दा हाल है। इस तरह ना जी, उन्होंने कहा भी ये करामात नहीं मलदा, उन्हें खप्पर दिता। भाई साहब कहते खप्पर दिता, पानी भर के लिया बाल के, महाराज नूं बाला कहते सन। गुरु साहब पानी लैन गए, उन्हें करामात नाल पानी की थां ते हीरे मोती बना दिते। बाबा जी वापस आ गए, हस पे, कह लगे पानी नहीं लियाए। महाराज हस के कहते जेड़ा तुसी मैनू प्रभावित करके अपनी जथेबंदी च रजाना चाहते हो, मेरे ते असर कोई नहीं इस चीज़ का। पूरी पौड़ी है, असी सारे पढ़ते। खप्पर दिता नाथ जी पानी भर लेवन, उठ सिद्धि मने विचारिया किवें दर्शन ए लेवै बाला। ये बालका साडी सोसाइटी च साडे धर्म च किवें आ जाए। मैं तां ही बेनती करना, गुरु नानक साहब दा मत करोड़ां ब्रह्मंडां दे लोकां दी अगवाई करेगा। बाबा किसे नूं फोर्स करके नहीं कहंदा तू मेरा अनुयायी बन, वो कहंदा तू सच नूं धारण कर, आपां इक्को जिहा बन जावांगे। फिर बेनती है जी, हुण उत्थे शब्द है, उन्हां कहा भी इस दर्शन दा अर्थ साडी सिक्ख्या किवें लेवे, किवें दर्शन ए लेवै बाला। ऐसा जोगी कली में हमरे पंथ करे उजियाला। रब दा पंथ नहीं, साडे पंथ दी जय जयकार हो जाए जे नानक जोगी बन जाए, तो जे ये नाथ बन जाए, नानक नाथ बन जाए। ऐसा जोगी कली में हमरे पंथ करे उजियाला। खप्पर दिता नाथ जी पानी भर लैवन उठ चाला। बाबा आया पाणीए देखे रतन जिवे हर लाला। उत्थे तो होर कुछ बनया पे। हुण अगली बेनती सुनियो, जदों भाई साहब की यह तुक मैं पढ़ना, सच्ची मुच्ची गुरु नानक साहब के चरण चुम्मी दे ने। बापू स्वाद आ गया तेरी सिक्खी का। अगे भाई साहब कहते सतगुर अगम अगाध पुरख केड़ा झले गुरु की झाला। ओदी झाल नूं झल सकोगे तुसी भावें 150-150 साल की उम्र के नथ हो, पर जेड़ी गुरु नानक साहब के शब्द की रहमत है, ਉਹਦੇ सामने ना कोई काजी झाल झल सकता है, तो ना चेते रखियो जोगी झल सकता है। उन्होंने तुक अपने को लिखी बाबा जी की वडियाई च, सतगुर अगम अगाधपुर केड़ा झले गुरु की झाला। फिर आया गुर नाथ जी पानी ठौड़ नहीं उस ताला। शब्द जित्ती सिद्ध अडमंडली कीतो सापना पंथ निराला। पर मेरी एक गल सुनो, पता लग गया, पर बंदे की बदकिस्मती वो कहता मेरे नाल रल जाए साडी जय जयकार हो जाए। हुण जदों महाराज उत्थे जांदे आ ते उत्थे क्वेश्चन करदे आ गुरु साहब नूं अरब विच, कहंदे ने तुसीं जिहड़ी पोथी पकड़ी ने हत्थ च, महाराज कोल पोथी सी दी बाणी दी, तुसीं सानूं इहदे चों बोल के दसो हिंदू धर्म वड्डा है कि मुसलमान वड्डा है। उत्थे भी किसी ने यह नहीं पुछया बाबा अज आया कोई 10 तरीका भी खुदा नाल किवें जुड़िया जा सकदा है। यही साडी बदकिस्मती है जी। आ कथा चलदी है ना जी, कीर्तन चलदा है, मान लो यह टेक के कथा कर दे वो, तो जे किते था प्रशादा पानी छकन चले जाओ, नाल ही वो पंजाब दा क्यों होनेगा, वो डुब्बणगे कि नहीं डुब्बणगे। फिर मन च आउंदा यार इन्नी रब की गल करके आए, फिर वो उत्थे आके दवैश खड़ी होगी। उत्थे महाराज जी नूं पुछन गल ईमान दी, काजी मुल्ला इकट्ठे होई, वड्डा सांग वरताया लख ना सकै कुदरत कोई। पुछन फौल किताब नूं हिंदू वड्डा के मुसलमानों, जे तुसीं यही सी पुछ लेंदो भी खुदा किन्ना को वड्डा है, तो गल ही कुछ होर हुंदी। तुहाडा क्वेश्चन सी भी असी चंगे कि वो चंगा, असी उच्चे कि वो उच्चा। पुछन फौल किताब नूं हिंदू वड्डा के मुसलमानोई। कमाल दी गल, गुरु नानक साहब ना किसी दी दलील नाल प्रभावित होए ने, ना किसी भीड़ नाल प्रभावित होए ने, ना रुपये नाल प्रभावित होए ने। ईवन के गुरु नानक साहब वड्डी तो वड्डी पदवी ते बैठे हुए धार्मिक शख्सियत तो प्रभावित भी नहीं होए। उन्हें सच कहा, वो पुछदे आ हुण सानू दसो हिंदू वड्डा के मुसलमान होई। मैं सच्ची मैं कहना, मेरे वर्गा हुंदा कहंदा तुसीं साडे नेड़े हो, तुसीं उच्चे हो क्योंकि तुहाडा थां है। बाबे ने पता क्या
बाबा आखे हाजियां शुभ अमलां बाजो दोनों रोई। हुण ये गल उत्थे कहनी, लखनऊ च एक ब्राह्मण होया बोधन, जिहड़े जुल्म की इंतहा होई, ਉਹਨੂੰ शायद खिलजी वेले का जिक्र हुंदा है। ਉਹਦੇ ਚ ਉਹਨੂੰ ਕਿਸੇ ਪੁੱਛਿਆ ਸੀ हिंदू चंगा कि मुसलमान चंगा, इन्हां शब्दों ਨੂੰ ਪੁੱਛਿਆ। विद्वान सी बोधन, हिंदू चंगा कि मुसलमान? ਉਹਨੇ ਇੱਕੋ ਗੱਲ ਕੀ, ਕਹਿੰਦਾ मुसलमान बड़ी चंगे ने, वैगुरू ਨੂੰ फिरके नाल ना जोड़ियो, मुसलमान बड़े चंगे ने। ਤੇ ਅਖੀਰ ਤੇ ਕਹਿੰਦਾ हिंदू भी माड़े कोई नहीं। ਉਹ ਕਹਿੰਦਾ ਇਹਦਾ ਸਿਰ ਲਾ ਦਿਓ। सच्ची मुच्ची ਉਹ ਬੰਦੇ ਦਾ ਸਿਰ ਲਾਤਾ। ਹੁਣ ਗੁਰੂ ਸਾਹਿਬ ਨੂੰ ਕੁਐਸਚਨ ਕੀਤਾ, हिंदू ਵੱਡਾ कि मुसलमानोई? ਅੱਗੇ ਮਹਾਰਾਜ ਨੇ ਕਿਹਾ, ਵੇਖੋ बाबा आखे हाजियां शुभ अमलां बाजों दोनों रोई। ਉਹ कर्म है, शुभ कर्म। ਇਹਨੂੰ ਫਿਰ ਗੁਰੂ ਨੇ ਸ੍ਰੀ ਰਾਗ ਵਿੱਚ ਕਿਹਾ, ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ, ਹੋਏ ਕਿਰਸਾਨ ਈਮਾਨ ਜਮਾਇਲੇ ਭੀਸ਼ਤ ਦੋਜਕ ਮੂੜੇ ਇਵ ਜਾਣੀ। ਕਹਿੰਦੇ ਤਾਂ ਤੈਨੂੰ ਸਮਝ ਪੈਗੀ ਅਮਲ ਦੀ, ਕਰਮਾਂ ਦੀ ਬੀਜੀ ਖੇਤੀ ਬੀਜ। ਹੁਣ ਅਗਲੀ ਗੱਲ ਮੈਂ ਬੇਨਤੀ ਕੀਤੀ, ਜੋ ਕਰਮ ਕਰਨੇ ਆ ਅਸੀਂ ਕਹਿੰਦੇ ਆ ਭੋਗਨੇ ਆ। ਉਸ ਦਿਨ ਮੈਂ ਆਪ ਨੂੰ ਇੱਕ ਇਸ਼ਾਰਾ ਕੀਤਾ ਸੀ, ਮੰਨ ਲਓ ਕਿਸੇ ਦੇ ਬੱਚੇ ਦੀ ਡੈਥ ਹੋ ਜਾਏ, ਆਪਾਂ ਕਹਾਂਗੇ ਇੰਨੀ ਬੰਦਗੀ ਕਰਦਾ ਇਹ ਤਾਂ ਕਰਮਾਂ ਦਾ ਭੋਗਦਾ ਪਿਆ। ਘਾਟਾ ਪੈ ਜਾਏ ਤੇ ਕਰਮਾਂ ਦਾ ਭੋਗਦਾ ਪਿਆ। ਲੋਕ ਇਸ ਤਰ੍ਹਾਂ ਹੀ ਕਹਿੰਦੇ ਆ ਨਾ, ਇਹ ਤਾਂ ਕਰਮਾਂ ਦਾ ਮਾਰਿਆ। ਮੇਰੇ ਮਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਪਹੁੰਚਦੇ ਆ, ਉਸ ਵਕਤ ਕੀ ਕਰਮ ਦੀ ਵਿਆਖਿਆ ਕਰਾਂਗੇ। ਕਿਲਾ ਉਜਾੜ ਦਿੱਤੇ ਪਿੱਛੋਂ। ਇਹ ਠੀਕ ਹੈ ਵੀ ਬਾਅਦ ਵਿੱਚ ਕਿਲੇ ਉਸਾਰੇ ਗਏ, ਈਵਨ ਕਿ ਸਾਰੇ ਕਿਲੇ ਢਾਹ ਦਿੱਤੇ ਉਹਨਾਂ ਨੇ। ਪੁੱਤਰ 2 ਸ਼ਹੀਦ ਹੋ ਗਏ, 3 ਪਿਆਰੇ ਸ਼ਹੀਦ ਹੋ ਗਏ। ਛੋਟੇ ਪੁੱਤਰ ਮਹਾਰਾਜ ਉੱਥੇ ਜੀ 9, 10, 11 ਕਰੀਬ 3 ਰਾਤਾਂ ਮਾਛੀਵਾੜੇ ਰਹੇ ਆ ਮਹਾਰਾਜ। ਉਸ ਵਕਤ ਸਾਹਿਬਜ਼ਾਦੇ ਮੁਰਿੰਡੇ ਤੋਂ ਸਰਹੰਦ ਪਹੁੰਚ ਚੁੱਕੇ ਆ। ਮੈਂ ਬੇਨਤੀ ਕਰਾਂ, 8 ਪੋਹ ਨੂੰ ਵੱਡੇ ਸਾਹਿਬਜ਼ਾਦੇ, 13 ਪੋਹ ਨੂੰ ਮਾਂ ਤੇ ਛੋਟੇ ਸਾਹਿਬਜ਼ਾਦੇ, ਪਰਿਵਾਰ ਦੇ 5 ਜੀ, ਘਰ ਸਭ ਕੁਝ ਤਬਾਹ ਕਰ ਦਿੱਤਾ ਹਕੂਮਤ ਨੇ। ਪਰ ਜਦੋਂ ਗੁਰੂ ਮਾਛੀਵਾੜੇ ਬੈਠਦਾ ਹੈ, ਉਦੋਂ ਅਸੀਂ ਆਪਾਂ ਕਹਾਂਗੇ ਜੀ ਇਹ ਤਾਂ ਜੋ ਕਰਮ ਕੀਤੇ ਉਹ ਹੀ ਪਾਇਆ ਜੀ। ਉੱਥੇ ਫਿਰ ਇੱਕ ਗੱਲ, ਗੁਰੂ ਸਾਹਿਬ ਦਾ ਦਰਬਾਰੀ ਕਵੀ ਹੋਇਆ ਸੈਨਾਪਤ, ਉਹਦਾ ਇੱਕ ਗ੍ਰੰਥ ਹੈ ਸ਼੍ਰੀ ਗੁਰੂ ਸ਼ੋਭਾ। ਉਹਦੇ ਵਿੱਚ ਜਦੋਂ ਮਾਛੀਵਾੜੇ ਦਾ ਪ੍ਰਸੰਗ ਲਿਖਿਆ, ਉਹਨੇ 2 ਸਤਰਾਂ ਲਿਖੀਆਂ ਨੇ, ਸ਼ੁਰੂਆਤ ਕਰਦੇ ਹਾਂ। ਉਹ ਮੈਂ ਆਪ ਨੂੰ ਸੁਣਾ ਦੇਣਾ। ਉਹ ਲਿਖਦਾ, ਨਿਰੰਕਾਰ ਅਪਾਰਗਤ ਬਹੁਵਿਧ ਕਰ ਵਿਸਤਾਰ। ਇੱਥੇ ਕਰਮ ਫਿਲਾਸਫੀ ਕਿਵੇਂ ਉੱਠਦੀ ਹੈ। ਨਿਰੰਕਾਰ ਅਪਾਰਗਤ ਬਹੁਵਿਧ ਕਰ ਵਿਸਤਾਰ, ਇਹਦਾ ਅਰਥ ਵੀ ਨਿਰੰਕਾਰ ਦੀ ਗਤੀ, ਉਹਦੀ ਹਾਲਤ, ਉਹਦੇ ਚੋਜ ਅਪਾਰ ਨੇ, ਉਹਦਾ ਅੰਤ ਨਹੀਂ ਪਾ ਸਕਦੇ। ਬਹੁਵਿਧ ਕਰ ਵਿਸਤਾਰ, ਇਹ ਉਹਦੀ ਮੌਜ ਹੈ। ਇੱਕ ਸ਼ਬਦ ਨਾਲ ਕਰੋੜਾਂ ਬ੍ਰਹਿਮੰਡ ਸਾਜਦਾ ਹੈ, ਤੇ ਜਦੋਂ ਮੌਜ ਆਉਂਦੀ ਕਰੋੜਾਂ ਨੂੰ ਸਮੇਟ ਕੇ ਇਕੱਲੇ ਦਾ ਇਕੱਲਾ ਰਹਿ ਜਾਂਦਾ ਹੈ। ਇਹਨੂੰ ਇਉਂ ਕਹਿ ਲਓ ਕਿ ਕਈ ਵਾਰ ਪਸਰਿਓ ਪਸਾਰਾ, ਸਦਾ ਸਦਾ ਇੱਕ ਅੰਗਬਰ ਸ਼ਬਦ ਵਰਦੇ। ਉਹ ਕਹਿੰਦੇ ਨੇ ਜਿਵੇਂ ਨਿਰੰਕਾਰ ਦੀ ਗਤ ਹੈ, ਉਹ ਧਰਤੀ ਬਣਾਉਂਦਾ, ਚੰਦਰਮਾ ਬਣਾਉਂਦਾ, ਸੂਰਜ ਬਣਾਉਂਦਾ, ਸਮੁੰਦਰ ਬਣਾਉਂਦਾ। ਜਦੋਂ ਮੌਜ ਆਉਂਦੀ ਹੈ ਸਭ ਕੁਝ ਸਮੇਟ ਕੇ ਖਤਮ ਕਰਕੇ ਕੱਲਾ ਰਹਿ ਜਾਂਦਾ ਹੈ। ਕਹਿੰਦਾ ਗੁਰੂ ਗੋਬਿੰਦ ਸਿੰਘ ਕਰਮਾਂ ਦਾ ਨਹੀਂ, ਇਹਦੀ ਗਤ ਨਿਰੰਕਾਰ ਦੀ ਹੈ। ਆਪਣੀ ਮੌਜ ਆਈ ਕਿਲੇ ਬਣਾਏ, ਆਪਣੀ ਮੌਜ ਆਈ ਨਗਾਰੇ ਵਜਾਏ, ਆਪਣੀ ਮੌਜ ਆਈ ਹੋਲੇ ਮਹੱਲੇ ਕੱਢੇ, ਆਪਣੀ ਮੌਜ ਆਈ ਸ਼ਸਤਰ ਵਿਦਿਆ ਦਾ ਅਭਿਆਸ ਦਿੱਤਾ, ਆਪਣੀ ਮੌਜ ਆਈ ਕਾਲ ਦੇ ਗੀਤ ਗਾਏ। ਸਭ ਕੁਝ ਕਰਕੇ ਕੁਝ ਦਿਨਾਂ ਸਮੇਟ ਕੇ ਜੰਡ ਥੱਲੇ ਫਿਰ ਇਕੱਲੇ ਦਾ ਇਕੱਲਾ ਬੈਠਾ ਹੈ। ਮੇਰੀ ਗੱਲ ਸਮਝ ਗਿਆ ਨਾ ਜੀ। ਨਿਰੰਕਾਰ ਅਪਾਰਗਤ ਬਹੁਵਿਧ ਕਰ ਵਿਸਤਾਰ, ਸਭੈ ਤਿਆਗ ਛਿਨ ਮੈਂ ਦਿਓ ਰਹਿਓ ਸੋ ਏਕੰਕਾਰ। ਮੈਂ ਤਾਂ ਅਰਜ਼ ਕੀਤੀ, ਜਦੋਂ ਇਬਾਦਤ ਵਾਲਾ ਉਹਦੇ ਨਾਲ ਕੋਈ ਘਟਨਾ ਵਾਪਰਦੀ ਹੈ, ਪਲੀਜ਼ ਉਹਨੂੰ ਇਸ ਕਰਮ ਫਿਲਾਸਫੀ ਪਲ ਨਾਲ ਦੇਖ ਕੇ ਨਹੀਂ ਅਸੀਂ ਕਰ ਸਕਾਂਗੇ, ਕਿਉਂਕਿ ਉਹਦੀ ਸੁਰਤ ਨੂੰ ਗੁਰੂ ਪਕਾਉਣ ਵਾਸਤੇ ਵੀ ਘਟਨਾ ਖੇਡ ਵਰਤਾ ਦਿੰਦਾ ਹੈ। ਫਿਰ ਬੇਨਤੀ ਹੈ ਜੀ, ਕਰਮ ਹੈ। ਪਰ ਜੇ ਹੁਣ ਆਪ ਦੇਖੋ ਪਾਠ ਕਰਨੇ, ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਇਹ ਆਪਾਂ ਕਹਾਂਗੇ ਕਰਮਾਂ ਦਾ। ਮੇਰੇ ਕਹਿਣ ਤੋਂ ਮੁਰਾਦ ਜੀ ਇਹ ਬੜਾ ਗਹਿਰਾ ਵਿਸ਼ਾ ਹੈ ਕਰਮ ਦਾ। ਹੁਣ ਅਗਲੀ ਗੱਲ, ਜੋ ਕਰਮ ਕੀਤਾ ਮੈਂ ਭੋਗਾਂਗਾ। ਮੰਨ ਲਓ
ਮੈਨੂੰ ਉਸ ਕਰਮ ਤੋਂ ਪਹਿਲਾਂ ਉਂਝ ਤਾਂ ਵੈਸੇ ਸੱਚ ਜੇ ਜਿਹੜਾ ਬੰਦਾ ਇੱਧਰ ਤੁਰਦਾ ਹੈ, ਜਿੱਦਣ ਫੁਰਨਾ ਕੋਈ ਮਾੜਾ ਉੱਠਦਾ ਰੱਬ ਦੂਜੇ ਦਿਨ ਹੀ ਰਿਜ਼ਲਟ ਦੇ ਦਿੰਦਾ। ਉਹ ਚਾਹੁੰਦਾ ਵੀ ਇਹ ਬੰਦਾ ਹੁਣ ਥਿੜਕੇ ਨਾ, ਦੂਜੇ ਦਿਨ ਹੀ ਕਹਿੰਦਾ ਵੀ ਆਹ ਕੱਲ ਤੂੰ ਸੋਚਿਆ ਤੇਰੇ ਨਾਲ ਬਣ ਗਿਆ। ਉਂਝ ਮੰਨ ਲਓ ਕਰਮ ਮਾੜੇ ਕੀਤੇ, ਬੜੇ ਮਾੜੇ ਕੀਤੇ। ਹੁਣ ਇਹੀ ਹੈ ਨਾ ਵੀ ਜਦੋਂ ਸੰਗਤ 'ਚ ਕੋਈ ਆਉਂਦਾ ਫਿਰ ਇੰਨਾ ਕੁ ਡਰਾਉਂਦੇ ਹੋ, ਵਿਚਾਰਾ ਕਹਿੰਦਾ ਚਲੋ ਗੁਰਦੁਆਰੇ ਨਿਕਲੀਏ, ਵੀ ਇਹ ਤਾਂ ਅਜੇ ਮਰਨਾ ਦੇ ਕਈ ਦਿਨਾਂ ਬਾਅਦ ਇਹ ਤੇ ਹੁਣੇ ਸਭ ਕੁਝ ਦਿਖਾਈ ਜਾਂਦੇ ਵੀ ਤੂੰ ਕੜਾਹਿਆਂ 'ਚ ਤਲਿਆ ਜਾਏਗਾ, ਤੈਨੂੰ ਆਹ ਕੁਝ ਹੋਵੇਗਾ। ਮੰਨ ਲਓ ਬੰਦੇ ਨੇ ਕਰਮ ਮਾੜੇ ਕੀਤੇ, ਮੰਨ ਲਓ ਕਿ ਕੀਤੇ ਜੀ, ਅਖੀਰ ਤੇ ਮਰਨ ਤੋਂ ਪਹਿਲਾਂ ਅਹਿਸਾਸ ਹੋ ਗਿਆ ਕਿ ਮੈਂ ਗਲਤ ਹਾਂ। ਉਦਣ ਭਾਈ ਸਾਹਿਬ ਸ਼ਬਦ ਵਰਤਿਆ, ਕਿਹੜਾ ਬੰਦਾ ਦੁਨੀਆ ਜਿਹੜਾ ਗਲਤੀ ਨਹੀਂ ਉਹ ਕਰਦਾ। ਫਰਕ ਇੰਨਾ ਹੈ, ਜਿਨ੍ਹਾਂ ਦੀਆਂ ਗਲਤੀਆਂ ਲੁਕੀਆਂ ਰਹਿੰਦੀਆਂ ਨੇ ਉਹ ਜੱਜ ਬਣ ਜਾਂਦੇ ਆ, ਜਿਨ੍ਹਾਂ ਦੀਆਂ ਬਾਹਰ ਆ ਜਾਂਦੀਆਂ ਨੇ ਉਹ ਵਿਚਾਰੇ ਮੁਲਜ਼ਮ ਬਣ ਜਾਂਦੇ ਆ। ਕਿਹੜਾ ਇਨਸਾਨ ਹੈ ਜਿਹੜਾ ਭੁੱਲ ਨਹੀਂ ਕਰਦਾ। ਮੰਨ ਲਓ ਭੁੱਲ ਕਰ ਲਈ ਤੇ ਪਤਾ ਲੱਗ ਗਿਆ, ਮੈਨੂੰ ਪਤਾ ਮੈਂ ਗਲਤੀ ਕੀਤੀ, ਰੱਬ ਨੂੰ ਪਤਾ ਹੈ ਬੰਦੇ ਨੇ ਗਲਤੀ ਕੀਤੀ, ਪਰ ਅਹਿਸਾਸ ਪੈਦਾ ਹੋ ਗਿਆ ਮੈਂ ਗਲਤ ਸਾਂ, ਮੈਂ ਗਲਤੀ ਕੀਤੀ। ਸੱਚਮੁੱਚ ਉਸ ਗਲਤੀ ਦੇ ਪਛਤਾਵੇ ਵਿੱਚੋਂ ਜਦੋਂ ਕਿਤੇ ਸਿਮਰਨ ਕਰਦੇ ਆ ਉਹ ਦ੍ਰਿਸ਼ ਸਾਰੇ ਸਾਹਮਣੇ ਆਉਂਦੇ ਨੇ। ਝੂਠ ਕੋਈ ਬੋਲੇ ਗੱਲ ਵੱਖਰੀ, ਜਦੋਂ ਤੁਸੀਂ ਸਿਮਰਨ 'ਚ ਬਹੋਗੇ ਜੋ ਪਾਪ ਕੀਤੇ ਨੇ ਸੂਲਾਂ ਬਣ ਬਣ ਕੇ ਬਾਹਰ ਨਿਕਲਣਗੇ। ਸਭ ਕੁਝ ਦਿਸਦਾ ਕੁਝ ਕੀਤਾ, ਭਾਵੇਂ ਘਰ ਵਾਲੀ ਤੋਂ ਘਰ ਵਾਲਾ ਲੁਕਾਏ, ਜੋ ਮਰਜ਼ੀ ਕਰੇ, ਸਭ ਕੁਝ ਆਇਆ। ਹੁਣ ਉਸ ਅਹਿਸਾਸ ਵਿੱਚ ਤੇਰੇ ਅੰਦਰੋਂ ਪਛਤਾਵੇ ਦਾ ਇੱਕ ਅਥਰੂ ਨਿਕਲ ਗਿਆ, ਹੇ ਗੁਰੂ ਨਾਨਕ ਮੈਨੂੰ ਬਖਸ਼ ਲਈ, ਚੇ ਤੇਰਾ ਇੱਕ ਅਥਰੂ ਬਾਬੇ ਦੇ ਚਰਨ ਧੋ ਕੇ ਤੇਰੇ ਅੰਦਰ ਨੂੰ ਧੋ ਕੇ ਚਲਾ ਜਾਏਗਾ। ਮੈਂ ਅਗਲੀ ਬੇਨਤੀ ਜਿਹੜੀ ਕਰ ਲੱਗਾ, ਮੰਨ ਲਓ ਕਰਮ ਹੋ ਗਏ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈ ਬਿਲਾਵਲ ਰਾਗ 'ਚ, ਭਗਤ ਸਦਨਾ ਜੀ ਦਾ। ਆਪ ਨੂੰ ਪਤਾ ਹੋਵੇ ਉਹਦੀਆਂ ਰਹਾਉ ਦੀਆਂ ਤੁਕਾਂ ਨੇ ਪਰਮਾਤਮਾ, ਕਿਉਂਕਿ ਸਭ ਨੂੰ ਪਤਾ ਹੈ ਭਗਤ ਸਦਨਾ ਜੀ ਦੀ ਕਿਰਤ ਸੀ, ਕਸਾਈ ਵਾਲਾ ਕੰਮ ਕਰਦੇ ਸਨ। ਉਹ ਮਾਸ ਵੇਚਦੇ ਰੋਜ਼, ਬੱਕਰੇ ਵੱਢ ਕੇ ਜਾਂ ਜੋ ਵੀ। ਹੁਣ ਇਸ ਪਾਸੇ ਚੱਲ ਪਏ, ਜਦੋਂ ਪਰਮੇਸ਼ਵਰ ਵੱਲ ਚੱਲੇ। ਭਾਵੇਂ ਭਗਤ ਮਾਲ ਵਿੱਚ ਬਹੁਤ ਕੁਝ ਕਿਹਾ, ਪਰ ਡਿਟੇਲ ਨਾਲ ਗੁਰਮੁਖੋ ਖਿਮਾ ਕਰਿਓ, ਜੀਵਨ ਕਿਤੇ ਨਹੀਂ ਮਿਲਦਾ ਜ਼ਿਆਦਾ ਭਗਤ ਜੀ ਦਾ। ਮੁੱਖ ਦੀ ਗੱਲ ਕੀ, ਇਹ ਗੱਲ ਕਹੀ ਵੀ ਤੂੰ ਬੜੇ ਪਾਪ ਕੀਤੇ, ਤੂੰ ਇੰਨੇ ਜੀਵ ਘਾਤ ਕੀਤਾ, ਕੁਛ। ਉਹ ਕਹਿੰਦਾ ਮੈਂ ਕੀਤਾ, ਸੱਚੀ ਮੁੱਚੀ ਮੈਂ ਕੀਤਾ, ਪਰ ਮੈਂ ਆਪਣੇ ਕੀਤੇ ਤੇ ਪਛਤਾਵਾ ਕਰ ਰਿਹਾ, ਮੈਂ ਹੋਰ ਵੀ ਪਾਪ ਕੀਤੇ। ਤੇ ਬ੍ਰਾਹਮਣ ਕਹਿ ਰਿਹਾ ਨਹੀਂ, ਜੇ ਤੂੰ ਕੀਤਾ ਤਾਂ ਕੀਤੇ, ਤੂੰ ਬਣੀ ਜਾ ਭਗਤ, ਤੈਨੂੰ ਤੇ ਸਜ਼ਾ ਮਿਲੇਗੀ ਮਿਲੇਗੀ। ਉੱਥੇ ਫਿਰ ਭਗਤ ਜੀ ਨੇ ਉਹਨਾਂ ਦੇ ਗ੍ਰੰਥਾਂ ਵਿੱਚੋਂ ਉਦਾਹਰਨ ਲੈ ਕੇ ਪਹਿਲੀ ਗੱਲ ਕਹੀ, ਨ੍ਰਿਪ ਕੰਨਿਆ ਕੈ ਕਾਰ ਨੇ ਇੱਕ ਭਇਆ ਭੇਖ ਧਾਰੀ। ਦੇਖੋ ਐਗਜ਼ਾਮਪਲ ਤੋਂ ਤੁਸੀਂ ਅੱਖਾਂ ਨਹੀਂ ਮੇੜ ਸਕਦੇ। ਮੈਂ ਸ਼ੁਰੂ 'ਚ ਕਿਹਾ ਵੀ ਜੇ ਕਹੋ ਜੀ ਇਸ ਗੱਲ ਨੂੰ ਛੱਡ ਕੇ ਨਾ ਇਹਦੇ 'ਚ ਵਿਸ਼ਨੂੰ ਦਾ ਜ਼ਿਕਰ ਆ ਜਾਣਾ, ਇਹੀ ਸਮੱਸਿਆ ਸਾਡੀ। ਹੁਣ ਇਹ ਸਾਖੀ ਕੀ ਹੈ, ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਅੱਜ ਤੱਕ ਅਸੀਂ ਇਹੀ ਬਾਣੀ 'ਚ ਸਾਰੇ ਪੜ੍ਹਦੇ ਹਾਂ, ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੇ। ਭਗਤਾਂ ਦੇ ਕਾਜ ਸਵਾਰਦਾ, ਸੰਤਾਂ ਕੇ ਕਾਰ ਸਵਾਰਦਾ, ਸੰਤਾਂ ਕੇ ਕਾਰਜ ਆਪ ਖਲੋਵਾ। ਹੁਣ ਕਮਾਲ ਦੀ ਗੱਲ, ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਐਸੀ ਹੈ ਜਿਹੜੀ ਕਹਿੰਦੀ ਹੈ ਭਗਤਾਂ ਸੰਤਾਂ ਦੇ ਤਾਂ ਸਵਾਰਦੀ ਹੈ। ਜਿਸ ਬੰਦੇ ਨੇ ਜ਼ਿੰਦਗੀ 'ਚ ਅੱਤ ਤੋਂ ਭੈੜਾ ਗੰਦੇ ਤੋਂ ਗੰਦਾ ਕਰਮ ਕੀਤਾ ਹੈ, ਜਿੱਦਣ ਉਹ ਵੀ ਅੱਖਾਂ ਭਰ ਕੇ ਕਹਿੰਦਾ ਰੱਬ ਉਹਦਾ ਵੀ ਇਸ ਤਰ੍ਹਾਂ ਸਾਰ ਦਿੰਦਾ ਜਿਵੇਂ ਸੰਤ ਦਾ ਸਾਰ ਦਿੰਦਾ ਹੈ। ਹੁਣ ਇਸ ਤੁਕ ਨੂੰ ਦੇਖੋ, ਭਗਤ ਦੇ ਕਹਾਂਗੇ ਸੰਤਾਂ ਕੇ ਕਾਰਜ ਮੈਂ ਪੜ੍ਹਿਆ, ਪਰ ਇੱਥੇ ਤੇ ਕਿਹਾ ਕਾਮਾਰਥੀ ਸਵਾਰਥੀ। ਕਾਮਾਰਥੀ ਦਾ ਕਾਮ ਦੀ ਵਾਸ਼ਨਾ ਦੇ ਅਰਥ, ਤੇ ਸਵਾਰਥੀ ਦਾ ਅਰਥ ਹੈ ਆਪਣੇ ਸਵਾਰਥ ਨੂੰ। ਇਹ ਘਟਨਾ ਹੈ ਕਿ ਰਾਜੇ ਦੀ ਸਿਆਣੀ ਬੇਟੀ, ਸੂਝਵਾਨ ਸੁੰਦਰ ਬੇਟੀ, ਉਹਨੇ ਪਰਨ ਕਰ ਲਿਆ ਮੈਂ ਵਿਸ਼ਨੂੰ ਜੀ ਨਾਲ ਵਿਆਹ ਕਰਨਾ। ਇੱਕ ਵਸ਼ਈ ਬੰਦੇ ਨੂੰ ਪਤਾ ਲੱਗਾ, ਪਖੰਡੀ ਸੀ, ਕਪਟੀ ਸੀ, ਉਹਨੇ ਆਪਣਾ ਭੇਖ ਰੂਪ ਵਿਸ਼ਨੂੰ ਵਾਲਾ ਬਣਾ ਲਿਆ, ਚੱਕਰ ਪਕੜ ਲਿਆ ਜੀ, ਸਭ ਕੁਝ ਮੁਕਟ ਲਾ ਲਿਆ, ਵਿਆਹ ਹੋ ਗਿਆ। ਯਾਦ ਰੱਖਿਓ ਫਿਰ ਇਸ ਗੱਲ ਨੂੰ, ਵਾਪਰੀ ਘਟਨਾ ਦਾ ਜ਼ਿਕਰ ਭਗਤ ਜੀ ਕਰਦੇ ਪਿਆ। ਹੁਣ ਰਾਜਾ ਖੁਸ਼, ਮੇਰੀ ਧੀ ਨਾਲ ਵਿਆਹ ਵਿਸ਼ਨੂੰ ਨਾਲ ਹੋ ਗਿਆ, ਮੈਨੂੰ ਤੇ ਪਰਵਾਹ ਹੀ ਕੋਈ ਨਹੀਂ। ਉਸ ਰਾਜੇ ਤੇ ਕਿਸੇ ਨੇ ਅਟੈਕ ਕਰ ਦਿੱਤਾ, ਦੂਜੇ ਨੇ, ਤੇ ਉਹਨੇ ਸੈਨਾਪਤੀਆਂ ਨੂੰ ਕਿਹਾ ਘਬਰਾਉਣ ਦੀ ਕੋਈ ਲੋੜ ਨਹੀਂ, ਆਪਣਾ ਤਾਂ ਜਵਾਈ ਵਿਸ਼ਨੂੰ ਹੈ।
ਭਗਵਾਨ ਆਪਣਾ ਜਵਾਈ, ਹੁਣ ਉਹ ਸੀ ਪਖੰਡੀ, ਉਹ ਸੀ ਕਾਮੀ ਬੰਦਾ। ਉਹ ਕਹਿੰਦਾ ਘਬਰਾਓ ਨਾ, ਆਪਣੇ ਨਾਲ ਰੱਬ ਖਲੋਤਾ, ਸਿੱਧੀ ਗੱਲ ਭਗਵਾਨ। ਉਹਨੇ ਫਿਰ ਦਮਾਦ ਨੂੰ ਕਿਹਾ ਵੀ ਹੁਣ ਕਰ ਹੀਲਾ, ਚਲਾ ਸੁਦਰਸ਼ਨ ਚੱਕਰ। ਹੁਣ ਉਹਦਾ ਚੱਕਰ ਕਿੱਥੇ ਚੱਲਣਾ ਸੀ, ਉਹਨੂੰ ਚੱਕਰ ਖੁਦ ਆਉਣ ਲੱਗ ਪਏ। ਫਸ ਗਿਆ ਮੈਂ ਕਾਮ ਦੀ ਖਾਤਰ ਇਸ ਪਾਪ ਕੀਤਾ। ਫਿਰ ਕਹਿੰਦੇ ਨੇ ਉਸ ਕਾਮੀ ਬੰਦੇ ਨੇ ਰੱਬ ਨੂੰ ਇੱਕੋ ਗੱਲ ਕਹੀ, ਪਰ ਇਹਦਾ ਅਰਥ ਪਲੀਜ਼ ਇਹ ਨਾ ਕਰਿਓ ਵੀ ਸਾਰੇ ਉਹ ਜਿਹਾ ਬਣ ਜਾਈਏ। ਨਹੀਂ ਹੁਣ ਕਰੀਏ ਕਿ ਸਾਨੂੰ ਥਾਂ ਥਾਂ ਤੇ, ਮੈਂ ਇੱਕ ਦਿਨ ਮੰਜੀ ਸਾਹਿਬ ਕਥਾ ਕੀਤੀ, ਉਹ ਕਹਿੰਦੇ ਨੇ ਭਾਈ ਸਾਹਿਬ ਇਹਨੇ ਸਪਸ਼ਟੀਕਰਨ ਨਾ ਦਿਆ ਕਰੋ। ਮੈਂ ਕਿਹਾ ਕਿਉਂ ਨਾ ਦਈਏ, ਸਾਰੇ ਤਾਂ ਜੱਜ ਨੇ, ਇਹ ਅਰਥਾਂ ਦੇ ਅਨਰਥ ਕਰੀ ਜਾਂਦੇ। ਹੁਣ ਇਹ ਕਹੀਏ ਜੀ ਆਪਾਂ ਉਸ ਤਰ੍ਹਾਂ ਬਣ ਜਾਾਂਗੇ ਵਿਸ਼ਨੂੰ ਵਰਗੇ, ਰੱਬ ਉਹਨੂੰ। ਭਾਈ ਸਾਹਿਬ ਕਹਿੰਦੇ ਆ ਜੇ ਇੱਕ ਬੰਦਾ ਖਜੂਰ ਤੋਂ ਛਾਲ ਮਾਰ ਕੇ ਲੱਤ ਨਹੀਂ ਟੁੱਟੀ ਤੇ ਸਾਰੇ ਨਾ ਮਾਰੋ। ਗਿਆਨ ਦਾ ਮਤਲਬ ਇਹ ਨਹੀਂ ਵੀ ਸਾਰੇ ਪਾਪ ਉਹੀ ਕਰੀ ਜਾਓ। ਹੁਣ ਉਸ ਬੰਦੇ ਨੂੰ ਅਹਿਸਾਸ ਹੋ ਗਿਆ, ਉਹਨੇ ਫਿਰ ਰੱਬ ਅੱਗੇ ਅਰਦਾਸ ਕੀਤੀ, ਪਰਮਾਤਮਾ ਮੈਂ ਸੱਚੀ ਮੁੱਚੀ ਕਾਮੀ ਹਾਂ, ਮੈਂ ਨੀਚ ਕੰਮ ਕੀਤਾ, ਤੇਰੇ ਨਾਮ ਤੇ ਮੈਂ ਕਾਮ ਦਾ ਪਾਪ ਕੀਤਾ, ਪਰ ਇੱਕ ਕੰਮ ਕਰੀ, ਮੈਂ ਭੇਖ ਤਾਰਾ ਬਣਾ ਲਿਆ, ਮੈਨੂੰ ਬਚਾ ਲੈ। ਰੱਬ ਉਸ ਕਾਮੀ ਬੰਦੇ ਦੀ ਵੀ ਬਖਸ਼ਿਸ਼ ਕਰ ਦਿੱਤੀ। ਮੈਂ ਤਾਂ ਕਿਹਾ ਮਾੜੇ ਤੋਂ ਮਾੜਾ ਕਰਮ ਕਰਕੇ ਅਹਿਸਾਸ ਜਾਗ ਪਏ, ਪਰ ਸ਼ਰਤ ਇਹ ਨਹੀਂ ਕਿ ਸਵੇਰੇ ਸੁਖਮਨੀ ਸਾਹਿਬ ਪਾ ਲਿਆ, ਸ਼ਾਮ ਨੂੰ ਫਿਰ ਪਾਪ ਕਰ ਲਿਆ। ਨਹੀਂ, ਮਹਾਰਾਜ ਕਹਿੰਦੇ ਨੇ ਉਹਦੇ ਲਈ ਇਹ ਕਰੇ, ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਮਹਾਰਾਜ ਨੇ ਸ਼ਬਦ ਵਰਤਿਆ ਕਿ ਨਿਰਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਅਗਲਾ ਬਚਨ ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ। ਤੇਰੇ ਮੈਂ ਕਿਹੜੇ ਗੁਣ ਦੱਸਾਂ ਜੇ ਮੇਰੇ ਕਰਮਾਂ ਦਾ ਨਾਸ਼ ਨਹੀਂ ਹੋਣਾ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਸ਼ੇਰ ਦੇ ਕੋਲ ਖਲੋਤਿਆਂ ਕਿੱਧਰ ਡਰਾਈ ਜਾਏ, ਫਿਰ ਸ਼ੇਰ ਦਾ ਕੀ ਫਾਇਦਾ। ਇੰਜ ਲੱਗਦਾ ਜਿਵੇਂ ਥੋੜਾ ਥੋੜਾ ਉਹ ਇਹ ਕਹਿ ਰੱਬਾ ਮੈਨੂੰ ਆਹ ਕੁਝ ਪੁਜਾਰੀ ਕਹਿ ਰਿਹਾ। ਇੱਕ ਬੂੰਦ ਗਲ ਜਲ ਕਾਰਨੇ ਚਾਤਰਿਕ ਦੁਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਪੁਨ ਕਾਮ ਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਮੂ, ਬੂਢ ਮੁਵੇ ਨੌਕਾ ਮਿਲੇ। ਜਿੱਦਣ ਮੈਂ ਡੁੱਬ ਕੇ ਮਾਰੀ ਗਿਆ ਤੂੰ ਬੇੜੀ ਕੀ ਕਰਨੀ, ਮੈਂ ਤਰ ਲਾਸ਼ ਤੇ ਉਂਝ ਹੀ ਤਰ ਜਾਣੀ। ਬੂਢ ਮੁਵੇ ਨੌਕਾ ਮਿਲੇ ਕੋ ਕਾਹੇ ਚੜਾਹੂੰ, ਮੈਂ ਨਹੀਂ, ਮੈਂ ਕੁਛ ਨਹੀਂ, ਮੇਰੇ ਪੱਲੇ ਕੁਛ ਵੀ ਨਹੀਂ। ਮੈਂ ਨਹੀਂ ਕੁਛ ਆਉ ਨਹੀਂ ਕਿਛ ਆਏ ਨਾ ਮੋਰਾ, ਅਵਸਰ ਸਜ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮੈਂ ਸਿਰਫ ਦੋ ਪੱਖ ਇਸ ਕਰਕੇ ਰੱਖੇ ਕਿ ਸੱਚ ਜੋ ਬੀਜਣਾ ਪਿਆ ਉਹ ਕੱਟਣਾ ਪੈਣਾ। ਜੋ ਜੇ ਚੰਗੇ ਵੀ ਕਰਨੇ। ਮੈਂ ਇੱਕ ਵਾਰ ਇੱਥੇ ਵੀ ਤੁਹਾਨੂੰ ਬੇਨਤੀ ਕੀਤੀ ਸੀ ਜੀ, ਅਸੀਂ ਕਹਿੰਦੇ ਜੋ ਆਇਆ ਸਾਰੇ ਖਾਲੀ ਹੱਥ ਜਾਣੇ, ਖਾਲੀ ਹੱਥ ਜਾਣੇ ਨੇ, ਹੱਥ ਤੇ ਇੱਥੇ ਰਹਿ ਜਾਣੇ ਨੇ, ਹੱਥਾਂ ਨਾਲ ਕੀਤਿਆਂ ਨੇ ਅੱਗੇ ਜਾਣਾ ਹੈ। ਹੱਥ ਤਾਂ ਡੱਬੇ 'ਚ ਪੈ ਕੇ ਸੜ ਜਾਣੇ ਨੇ। ਜੇ ਕਹੀਏ ਵੀ ਖਾਲੀ ਜਾਣਾ, ਇਹ ਬਿਲਕੁਲ ਝੂਠ ਹੈ। ਗੁਰਬਾਣੀ ਨਹੀਂ ਮੰਨਦੀ। ਕੱਪੜਾ ਲੀੜਾ ਧਨ ਦੌਲਤ ਨਹੀਂ, ਪਰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਜੇ ਕਹੋ ਸਭ ਨੇ ਖਾਲੀ ਜਾਣਾ, ਫਿਰ ਇਹਦੇ ਅਰਥ ਕੀ ਕਰਾਂਗੇ। ਵਿੱਚ ਦੁਨੀਆ ਸੇਵ ਕਮਾਈਏ ਤਾਂ ਥਾਂ ਦਰਗਹਿ ਬੈਸਣ ਪਾਈਏ। ਜੇ ਪਾਪ ਕਰਮ ਸਜ਼ਾ ਹੈ ਤੇ ਪੁੰਨ ਕਰਮ ਅੱਗੇ ਸਹਾਈ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਅੱਜ ਪਹਿਲਾ ਬਚਨੇ ਕਿਹਾ ਜੇ ਕਰਮ ਕਰਨਾ। ਹੁਣ ਪ੍ਰੋਬਲਮ ਇਹ ਵੇ ਕਿ ਜਦੋਂ ਮੈਂ ਕਰਮ ਕੀਤਾ ਤੇ ਮੈਂ ਦੋਸ਼ ਦੂਜੇ ਦਾ ਕੱਢੀ ਜਾਣਾ। ਕਰਮ ਮੇਰਾ ਹੈ, ਮੈਂ ਕਮਿਊਨਿਟੀ ਨੂੰ ਭੈੜਾ ਕਹੀ ਜਾਵਾਂਗਾ, ਦੂਜੇ ਨੂੰ ਭੈੜਾ ਕਹੀ ਜਾ। ਮਹਾਰਾਜ ਕਹਿੰਦੇ ਨਹੀਂ, ਇਹ ਵੀ ਇੱਕ ਸੂਰਮੇ ਦਾ ਕੰਮ ਹੈ। ਪਾਪ ਕਰਮ ਕਰਕੇ ਮੰਨ ਲੈ ਵੀ ਕੀਤਾ ਮੈਂ ਹੈ, ਦੂਜੇ ਤੇ ਦੋਸ਼ ਦੇਣਾ ਪਿਆ। ਦੱਦੈ ਦੋਸ਼ ਨਾ ਦਿਉ ਕਿਸੈ, ਮੈਂ ਕਿਸੇ ਤੇ ਕਿਉਂ ਦੋਸ਼ ਦੇਵਾਂ। ਦੋਸ਼ ਕਰਮਾਂ ਆਪਣਿਆਂ। ਕੱਲ ਚੇਤ ਦੀ ਆਪਾਂ ਗੱਲ ਕੀਤੀ, ਪਹਿਲੀ ਤੋਂ ਕੀ ਇਹ ਵੇ ਕਿਰਤ ਕਰਮ ਕੇ ਮੇਰੇ ਕਰਮਾਂ ਕਰਕੇ ਵਿਛੜਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ। ਮਹਾਰਾਜ ਜਿਹਾ ਬੀਜੈ ਸੋਣ ਰੁਣਾ, ਕਰਮਾ ਸੰਦੜਾ ਖੇਤ। ਜੋ ਮੈਂ ਕੀਆ, ਜੋ ਮੈਂ ਕੀਤਾ ਉਹ ਪਾ ਲਿਆ। ਸੱਚੀ ਜੀ, ਜੇ ਇਹ ਵੀ ਵਾਪਰ ਜਾਏ, ਇਹ ਵੀ ਇੱਕ ਮੌਕਾ ਦਿੰਦਾ ਜੇ ਬੰਦੇ ਨੂੰ ਬਖਸ਼ਣ ਲਈ। ਜਦੋਂ ਵਾਪਰ ਜਾਏ ਜੋ ਮੈਂ ਕੀਤਾ ਉਹ ਮੈਂ ਪਾਇਆ, ਉਸ ਪਾਏ ਹੋਏ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਕਹੇ ਮੈਂ ਗਲਤੀ ਕੀਤੀ, ਰੱਬ ਫਿਰ ਵੀ ਬਖਸ਼ ਦਿੰਦਾ ਹੈ। ਪਰ ਅਫਸੋਸ ਇਹ ਵੇ ਇਹ ਕਰਦਾ ਵੀ ਇਹ ਭੁਗਤਦਿਆ ਕਹਿੰਦਾ ਮੇਰਾ ਕਸੂਰ ਕੋਈ ਨਹੀਂ।
महाराज कहते दोष ना दीजै अवर जना, दूजे ते दोष मत दे। अगला बचन धद्दै धार कला जिन छोड़ी, ये वाहिगुरू धद्दै धार कला जिन छोड़ी। धद्दे अखर ही महाराज कहते ने धार, धार दा अर्थ धारण करना भी है। कला दा लफ्जी अर्थ है जी शक्ति। परमात्मा ने ये अर्थ ये करांगे धद्दे अखर राही गुरु साहिब जी ये छोडी दा अर्थ आ नहीं छड्डनी। वाहिगुरू इत्थे छोडी दा अर्थ रखी। धद्दै धार कला जिन छोडी, ਇਹਦਾ अर्थ हो गया धद्दे अखर राही जिस परमात्मा ने इस सृष्टि नूं पैदा किया धारिया, ਇਹਦੇ ਵਿੱਚ व्यापक है। कला जिन छोड़ी, जिन्हें अपनी कला ਇਹਦੇ ਵਿੱਚ टिका के रखी है। ਇਹਦੇ ਅੱਗੇ मैं अर्थ करना, कला जिन छोड़ी हर चीजी, चीजी का अर्थ चीज़। उंज चीजी पहला मठियाई नूं भी कहंदे सन जी, तुहानूं पता होना है भी शहर चले हैं चीजी लै जे निआणे कहंदे हुंदे सन, वो है तो चीज़ ही सी ना। इत्थे शब्द वरदिया हर चीजी, इहदा अर्थ हरि ने हर चीज विच जिन रंग किया, हर चीज विच रंग भर दिता, बंदे नूं उहदे वल आकर्षित कर लिया। इहदा मतलब परमात्मा ने जिहड़ी सृष्टि नूं बनाया है, इस विच सत्या टिका दित्ती, कला टिका दित्ती, शक्ति टिका दित्ती, हर चीज़ विच उन्हें रंग भर के रख दिता। इहदा भाव अर्थ, मान लो असी हाँ, ये आ साडा शरीर है, ये हथ क्यों उठदा है? कला टिकाई विच। ये अखां क्यों देखदियां ने? कला टिकाई विच। निक्की जी एक सूक्ष्मदर्शी नाल दिसण वाली बैक्टीरिया शब्द वरता, निक्के तो निक्का सैल, ਉਹਦੇ ਵਿੱਚ ਰੱਬ ने कला टिकाई हुई है। जे कला ना टिकांदी आ एडे वड्डे शरीर क्यों बनते? एक सैल ही सी ना जी, करोड़ां, करोड़ां शब्द भी छोटा पै जाएगा, अनगिनत आए। पर इत्थों तुसीं लै लो भी जिन्ने असीं मनुख हाँ, एक रब ने निक्के जे सैल विच अपनी कला टिकाई, उस कला ने 9 महीनों च विस्तार किया ते 100 साल तक वो कला इस बॉडी विच खेडदी रही। महाराज किड्डा बरीक वचन कर रहा कि उस परमात्मा ने जिन्हें एक कला टिका दी, हर चीज़ विच उन्हें रंग भर दिता। इस नूं बाबा जी ने एक वचन कहा, रंगी रंगी भांति कर कर जिनसी माया जिन उपाई। कल मैं एक बेनती आपनूं कीती, सच्ची मुच्ची गुरु साहब ने ओदियां इन्हां खेडां तो भी कुर्बान गए, जिवें बलिहारी कुदरत वसिया तेरा अंत ना जाई लखिया। परमात्मा कैसी तेरी खेड है। धद्दे अखर राही शब्द किया, जिन्हें सब कोई धारण की सृष्टि अपनी कला विच रख छड्डी, अपनी सत्या विच टिकाई, हर चीज़ जिन रंग किया, उन्हें हर चीज़ पैदा करके ये विच रंग भर दिता। एक तो रंग बाहर दे ने, एक रंग सुभाअ दे भी ने, याद रखियो। इनू भी बाबा जी ने कहा, आपे हर एक रंग है आपे बहुरंगी। उन्हें आप ही हर चीज़ विच रंग प्रयोग किया। जिस दा दिया जिदा दिता होया सब नी लिया, क्योंकि उन्हें सत्या टिकाई। जिस दे दिते होए नूं सारे जीव मानते पे ने। जिन्हों इवें अर्थ कर लो कि नानक चिंता मत करो चिंता तिस की है, जिस दा दिया सब नहीं लिया। नानक चिंता मत करो चिंता तिसी है, जल में जंतु उपायन तिना पी रोजी दे। उत्थे हट न चली ना को किरश करे। पानी विच ना कोई खेती करदा, ना कोई दुकानदारी करदा, ते गवांढी तो कोई मच्छी दूजे गवांढी तो उधारी मंगदी। महाराज कहते ये उन्हें कीती कृपा, ओदा दिता सारे भोगदे पैन। नानक चिंता मत करो चिंता तिसी है, जल में जंत उपायन तिना पी रोजी दे। उत्थे हट न चली ना को किरस करे, सौदा मूल ना होवी ना को लय ना दे। जियां का आहार जी खाना इहो करे। उन्हें सब नूं दे दिता जी। महाराज ने जिन्हूं उपाई मेदनी सोई करदा सार। 184 मेदनी महाराज कहंदे आ सब सेव करन दा जिते है। 84 लोग जोन उपाई रिजक दिया सबहू को तद का उदम दे दिता। फिर वेखो गुरमुखो, उन्होंने वार वार बदलना नहीं पैंदा। ये बाबा जी का एक बचन है,
ਕਹਿੰਦੇ ਇੰਨਾ ਸਟੋਰ ਭਰ ਦਿੱਤਾ, ਉਹਨੂੰ ਦੁਬਾਰਾ ਬਾਹਰੋਂ ਮੰਗਾਉਣਾ ਹੀ ਨਹੀਂ ਪੈਂਦਾ। ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਇੱਕੋ ਵਾਰੀ ਭਰ ਦਿੱਤਾ। ਲੈ ਵੀ ਹੁਣ ਫਿਰ ਭਰੇ ਚੋਂ ਖਾਈ ਜਾਂਦੇ ਆ, ਦਿੰਦਾ ਦੇ ਲੈਂਦੇ ਥੱਕ ਪਾਏ। ਮਹਾਰਾਜ ਕਹਿੰਦੇ ਜਿਸ ਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਿਆ। ਫਿਰ ਉਹਦੇ ਜਿਵੇਂ ਆਪਣੇ ਆਪਣੇ ਕਰਮ ਵਾਪਰੇ, ਉਹਦੇ ਹੁਕਮ 'ਚ ਕਰਮ ਵਾਪਰ ਗਿਆ। ਫਿਰ ਇਹ ਵੀ ਬੜੇ ਸਵਾਲ ਨੇ ਵੀ ਜੇ ਸਭ ਕੁਝ ਤੇ ਰੱਬ ਹੀ ਕਰਾਉਂਦਾ ਪਿਆ, ਇਹ ਹੋਣਾ ਸੀ ਨਾ, ਹੁਣ ਤੇ ਕਰਮਾਂ ਤੇ ਬੋਲੇ ਆ, ਜੇ ਉਹ ਨਾ ਕਹੇ ਬੰਦਾ ਕਰੇ ਕਿਵੇਂ। ਸੱਚ ਇਹ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੱਥੇ ਅਭੇਦਤਾ ਹੈ ਨਾ, ਉੱਥੇ ਨਾ ਫਿਰ ਕੋਈ ਪੁੰਨ ਰਹਿੰਦਾ ਤੇ ਨਾ ਕੋਈ ਪਾਪ ਰਹਿੰਦਾ ਹੈ। 21ਵੀਂ ਅਸ਼ਟਪਦੀ ਖਾਸ ਕਰਕੇ ਸੁਖਮਨੀ ਸਾਹਿਬ ਦੀ ਉਹ ਇਹੀ ਹੈ ਜੀ, ਜਬ ਆਕਾਰੇ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਕਿੱਥੇ ਸੀ ਪਾਪ ਪੁੰਨ ਦੀ ਹੋਂਦ? ਇੱਥੇ ਗੁਰੂ ਸਾਹਿਬ ਕਹਿੰਦੇ ਜਿਵੇਂ ਜਿਹੜਾ ਤੈ ਹੁਕਮ ਵਰਤਿਆ, ਤਿਵੇਂ ਤਿਵੇਂ ਕਰਮ ਵਰਤੇ। ਇਸ ਤੋਂ ਅਗਲਾ ਬਚਨ ਹੈ ਨੰਨੇ, ਨੰਨੇ ਅੱਖਰ ਰਾਹੀਂ ਨਾਹ। ਇਹਨੂੰ ਨਾਹ ਕੰਨੇ ਤੇ ਬਿੰਦੀ ਲਾ ਕੇ ਪਾਠ ਕਰਾਂਗੇ, ਅਰਥ ਠੀਕ ਨਹੀਂ ਹੋਣੇ, ਉਹਦਾ ਨਾਵਾਚਕ ਹੋ ਜਾਏਗਾ। ਇਹ ਤੇ ਹੈ ਨੰਨੇ ਨਾਹ। ਨਾਹ ਦਾ ਲਫ਼ਜ਼ੀ ਅਰਥ ਹੈ ਪਤੀ, ਖਸਮ। ਭੋਗ ਨਿਤ ਭੋਗੈ, ਇਹਦਾ ਅਰਥ ਹੋ ਗਿਆ ਨੰਨੇ ਅੱਖਰ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਿਹਾ ਕਿ ਪਰਮਾਤਮਾ ਪਤੀ ਦੇ ਦਿੱਤੇ ਹੋਏ ਭੋਗ ਬੰਦਿਓ ਰੋਜ਼ ਮਾਣਦੇ ਪਏ ਹੋ। ਨੰਨੇ ਨਾ ਭੋਗ ਨਿਤ ਭੋਗੈ, ਪਰਮਾਤਮਾ ਦੇ ਦਿੱਤੇ ਹੋਏ ਭੋਗ ਰੋਜ਼ ਮਾਣ ਰਿਹਾ, ਖਾ ਰਹੇ ਪਾ ਰਹੇ। ਨਾ ਡੀਠਾ ਨਾ ਸੰਭਲਿਆ, ਉਹ ਜਿਹਦੇ ਖਾ ਰਿਹਾ ਨਾ ਤਾਂ ਉਹਨੂੰ ਤੂੰ ਦੇਖਿਆ। ਮਹਾਰਾਜ ਆਪਣੇ ਤੇ ਝੁਕਾਉਂਦੇ ਨੇ, ਕਹਿੰਦੇ ਨਾ ਤਾਂ ਪਰਮਾਤਮਾ ਮੈਂ ਦੇਖਿਆ ਉਸ ਖਸਮ ਨੂੰ, ਨਾ ਸੰਭਲਿਆ, ਨਾ ਮੈਂ ਉਹਦਾ ਫਿਰ ਚਿੰਤਨ ਕੀਤਾ, ਉਹਨੂੰ ਯਾਦ ਵੀ ਨਹੀਂ। ਸੰਭਲਿਆ ਦਰ ਤੇ ਸਿਮਰਨ ਕਰਨਾ ਸੰਭਾਲਣਾ। ਨੰਨੇ ਨਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਰੋਜ਼ ਜੀਵ ਇਸਤਰੀ ਭੋਗਦੀ ਪਈ ਹੈ। ਕਿਉਂਕਿ ਬਾਣੀ 'ਚ ਨਾ ਜੀ, ਜਿਸ ਦਿਨ ਆਪਾਂ ਉਟਾਊ ਕਥਾ ਕੀਤੀ ਸੀ, ਉਸ ਦਿਨ ਇੱਕ ਬੇਟੀ ਛੋਟੀ ਬੱਚੀ ਨੇ ਸ਼ਬਦ ਪੜ੍ਹਿਆ ਸੀ, ਗਾਓ ਗਾਉਰੀ ਦੁਲਹਨੀ ਮੰਗਲਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਪਰਮ ਸੱਚ ਵਾਹਿਗੁਰੂ ਨਾਲ ਮੋਹ ਦੇ ਰਿਸ਼ਤਿਆਂ ਦੇ ਰਾਹੀਂ ਵੀ ਵਿਆਖਿਆ ਕੀਤੀ ਗਈ ਹੈ। ਮੋਹ ਦਾ ਰਿਸ਼ਤਾ ਹੀ ਹੈ ਪਤੀ ਪਤਨੀ, ਮਾਤਾ ਪਿਤਾ, ਭੈਣ ਭਰਾ। ਪਰ ਉਸ ਰਿਸ਼ਤੇ ਦੀ ਫੀਲਿੰਗ ਸਾਡੇ ਕੋਲ ਹੈ, ਪਰ ਉਹ ਫੀਲਿੰਗ ਅਜੇ ਨਹੀਂ। ਅਸੀਂ ਪਤੀ ਪਤਨੀ ਦੇ ਰਿਸ਼ਤੇ ਨੂੰ, ਪਤਨੀ ਪਤੀ ਨੂੰ, ਪਤੀ ਪਤਨੀ ਨੂੰ ਮਹਿਸੂਸ ਕਰਦਾ ਹੈ, ਮਾਂ ਪੁੱਤਰ ਨੂੰ, ਪੁੱਤਰ ਮਾਂ ਦੇ ਰਿਸ਼ਤੇ ਨੂੰ ਮਹਿਸੂਸ ਕਰਦਾ ਹੈ, ਭਰਾ ਭਰਾ ਦੇ ਰਿਸ਼ਤੇ ਨੂੰ ਮਹਿਸੂਸ ਕਰਦਾ ਹੈ, ਪਰ ਉਹਦੇ ਰਿਸ਼ਤੇ ਦਾ ਤਾਂ ਪਤਾ ਹੀ ਨਹੀਂ ਜਿਹਨੂੰ ਅਸੀਂ ਮਾਤਾ ਪਿਤਾ ਕਹਿੰਦੇ। ਮਹਾਰਾਜ ਕਹਿੰਦੇ ਨੇ ਜਿਹਨੂੰ ਤੂੰ ਮਹਿਸੂਸ ਕਰ ਰਿਹਾ ਹੈ, ਮੈਂ ਤੇਰੇ ਇਸ ਮੋਹ ਦੀ ਮਹਿਸੂਸਤਾ ਵਿੱਚੋਂ ਉਸ ਰੱਬ ਨਾਲ ਜੋੜਨਾ ਚਾਹੁੰਦਾ। ਜਿਵੇਂ ਪਿਓ ਨੂੰ ਮਹਿਸੂਸ ਕਰਨਾ, ਇਸ ਤਰ੍ਹਾਂ ਰੱਬ ਨੂੰ ਮਹਿਸੂਸ ਕਰਿਆ ਕਰ। ਸਮਝ ਗਏ ਨਾ ਜੀ? ਇਸ ਕਰਕੇ ਉਸ ਪਰਮ ਸੱਚ ਨੂੰ ਕਿਤੇ ਪਤੀ ਕਿਹਾ, ਕਿਤੇ ਪਿਤਾ ਕਿਹਾ, ਕਿਤੇ ਯਾਰ ਕਿਹਾ, ਕਿਤੇ ਮਿੱਤਰ ਕਿਹਾ। ਇੱਥੇ ਮਹਾਰਾਜ ਨੇ ਇੱਕ ਬਚਨ ਕਿਹਾ, ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਪੂਰਬ ਦੇ ਧਰਮ ਵਿੱਚ ਪਰਮਾਤਮਾ ਨੂੰ ਪਤੀ ਬਹੁਤ, ਈਵਨ ਕਿ ਹਿੰਦੂਇਜ਼ਮ ਵਿੱਚ ਵੀ ਜੀ ਪਰਮਾਤਮਾ ਨੂੰ ਪਤੀ। ਸਰਦਾਰ ਕਪੂਰ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਸਬਤ ਸਿੰਘ, ਸ਼ਾਇਦ ਕਿਸੇ ਦੀ ਨਜ਼ਰ 'ਚੋਂ ਲੰਘੀ ਹੋਵੇ। ਮੀਰਾਬਾਈ ਦੀ ਘਟਨਾ ਹੈ। ਉਹ ਚਲੀ ਗਈ, ਸ਼ਾਇਦ ਮਥੁਰਾ ਗਈ, ਤੇ ਉਹਨੇ ਕਿਹਾ ਮੈਂ ਮੱਠ 'ਚ ਰਹਿਣਾ। ਮੀਰਾ ਨੇ ਉਥੋਂ ਜਿਹੜਾ ਮੱਠ ਦਾ ਸੀ ਨਾ ਬੰਦਾ ਆਗੂ, ਉਹਦਾ ਨਾਮ ਸੀ ਜੀਵ ਗੁਸਾਈ। ਉਹਨੇ ਕਿਹਾ ਵੀ ਮੈਂ ਕ੍ਰਿਸ਼ਨ ਜੀ ਨੂੰ ਭਗਤੀ ਪਿਆਰ ਕਰਨੀ ਆ, ਤੇ ਮੈਂ ਉਹਨੂੰ ਖਸਮ ਮੰਨਿਆ, ਭਾਵੇਂ ਉਹਦੇ ਪਤੀ ਦੀ ਡੈਥ ਹੋ ਚੁੱਕੀ ਸੀ ਮੀਰਾ ਦੇ ਦੀ। ਮੈਂ ਸਿਰਫ ਉਹਨੂੰ ਹੀ ਮੰਨ ਲਿਆ ਆਪਣਾ ਸਭ ਕੁਝ, ਮੈਂ ਉਹਨੂੰ ਮਿਲਣਾ, ਮੈਂ ਮੱਠ 'ਚ ਰਹਿਣਾ। ਜੀਵ ਗੁਸਾਈ ਨੇ ਪਤਾ ਸੁਨਿਆ ਕਿ ਘੱਲਿਆ, ਕਹਿੰਦਾ ਵੀ ਤੂੰ ਆ ਸਕਣੀ ਹੈ, ਦੇਖ ਸਕਣੀ ਹੈ, ਪਰ ਇੱਥੇ ਨਾ ਇਸਤਰੀਆਂ ਨਹੀਂ ਰਹਿ ਸਕਦੀਆਂ। ਮੀਰਾ ਦਾ ਮੋੜਵਾਂ ਉੱਤਰ ਪਤਾ ਕੀ ਸੀ? ਕਹਿੰਦੀ ਸੀ ਮੈਂ ਤਾਂ ਇਹ ਸੋਚਦੀ ਸਾਂ ਇੱਥੇ ਸਿਰਫ ਪੁਰਖ ਇੱਕੋ ਕ੍ਰਿਸ਼ਨ ਹੈ, ਬਾਕੀ ਸਭ ਇਸਤਰੀਆਂ ਨੇ। ਮੈਨੂੰ ਅੱਜ ਪਤਾ ਲੱਗਾ ਉਹਦਾ ਸ਼ਰੀਕ ਵੀ ਇੱਥੇ ਕੋਈ ਰਹਿੰਦਾ ਹੈ। ਜੀਵ ਗੁਸਾਈ ਨੰਗੇ ਚਰਨ ਚੱਲ ਕੇ ਆ ਗਿਆ। ਮੈਂ ਆਪ ਨੂੰ ਬੇਨਤੀ ਕਰਾਂ, ਜਦੋਂ ਤੁਸੀਂ ਹੁਣ ਜਦੋਂ ਪਾਠ ਕਰੋਗੇ ਪਰਮਾਤਮਾ ਦੇ ਕੀ ਉਹਨੂੰ ਨਰ ਮਾਦਾ ਕੀ ਨਿਰਧਾਰਿਤ ਕਰਾਂਗੇ?
ਜੇ ਹੋਰ ਬਾਣੀ 'ਚ ਡੂੰਘਾਈ 'ਚ ਜਾਓ, ਉਹਦਾ ਕੋਈ ਲਿੰਗ ਨਿਰਧਾਰਿਤ ਕੀਤਾ ਜਾਂਦਾ ਇਸਤਰੀ ਇਹ ਪੁਰਸ਼? ਕੀ ਕਰਾਂਗੇ ਅਸੀਂ ਜੇ ਨਿਰਧਾਰਿਤ ਕਰਨੇ ਪਏ ਹਾਂ, ਕਿਉਂਕਿ ਅਸੀਂ ਬਾਡੀ 'ਚ ਰਹਿ ਰਹੇ ਹਾਂ। ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਅਸੀਂ ਵਿਚਰਨੇ ਪਏ ਉਸ ਤਰ੍ਹਾਂ ਨਿਰਧਾਰਿਤ ਕਰਨੇ। ਉਹ ਕੀ ਕਹੋਗੇ ਜੀ? ਜਿਹੜਾ ਚੱਕਰ ਚੇਨ ਅਰ ਬਰਨ ਜਾਤਰ ਪਾਤ ਨੈਣ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਿਰਫ ਇੱਕ ਪੁਰਖ। ਇੱਥੇ ਮਹਾਰਾਜ ਉਸ ਤੁਕ ਦੀ ਗੱਲ ਕਰ ਰਹੇ ਆ। ਨੰਨੈ ਨਾ ਭੋਗ ਨਤ ਭੋਗੈ, ਨਾ ਡੀਠਾ ਨਾ ਸੰਭਲਿਆ। ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਕਹਿੰਦੇ ਨੇ ਭੈਣੇ ਆਹ ਮੇਰੀ ਹਾਲਤ ਹੀ, ਗੱਲਾਂ ਨਾਲ ਮੈਂ ਸੁਹਾਗਣ ਆ, ਗੱਲਾਂ ਮੈਂ ਪਤੀ ਦੀਆਂ ਕਰਨੀਆਂ। ਕੰਤ ਨਾ ਕਬਹੂ ਮੈਂ ਮਿਲਿਆ। ਪਰ ਬਦਕਿਸਮਤੀ ਇਹ ਕਿ ਖਸਮ ਦਾ ਕਦੀ ਮਿਲਾਪ ਹੀ ਨਹੀਂ ਹੋਇਆ। ਗੱਲਾਂ ਹੀ ਕਰੀ ਜਾਂਦੀਆਂ ਨਾ, ਉਦਮ ਤੇ ਕੀਤੇ ਹੀ। ਕੰਤ ਨਾ ਕਬਹੂ ਮੈਂ ਮਿਲਿਆ। ਇੱਥੇ ਮਹਾਰਾਜ ਨੰਨੇ ਅੱਖਰ ਹੀ ਸਮਝਾ ਰਹੇ ਨੇ। ਪਾਂਧਾ ਜੀ, ਪੰਡਿਤ ਜੀ, ਵਿਦਵਾਨ ਜੀ, ਉਹਦਾ ਦਿੱਤਾ ਖਾਂਦੇ ਹੋ, ਉਹਦਾ ਦਿੱਤਾ ਪਾਉਂਦੇ ਹੋ, ਉਹਦੀ ਬਖਸ਼ਿਸ਼ ਹੰਡਾਉਂਦੇ ਹੋ, ਪਰ ਨਾ ਤਾਂ ਉਹਨੂੰ ਕਦੇ ਵੇਖਿਆ, ਨਾ ਉਹਦਾ ਸਿਮਰਨ ਕੀਤਾ। ਜਦੋਂ ਧਰਮ ਦੀ ਗੱਲ ਚੱਲਦੀ ਹੈ ਤੁਸੀਂ ਗੱਲਾਂ ਸਭ ਤੋਂ ਵੱਧ ਰੱਬ ਦੀਆਂ ਕਰਦੇ ਹੋ। ਪਰ ਸੱਚੀ ਇਹ ਵੇ ਸਾਡੀ ਹਾਲਤ। ਮਹਾਰਾਜ ਕਹਿੰਦੇ ਗੱਲੀ ਖੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ। ਰੀਸਾਂ ਕਰੈ ਤਿਨਾੜੀਆਂ। ਮਹਾਰਾਜ ਕਹਿੰਦੇ ਨੇ ਰੀਸਾਂ ਉਹਨਾਂ ਦੀਆਂ ਕਰਦੀਆਂ ਨੇ ਜੋ ਸੇਵੈ ਦਰ ਖੜੀਆਂ। ਪਰ ਮੇਰੀ ਹਾਲਤ ਕਹਿ ਕੰਤ ਨਾ ਕਬਹੂ ਮੈਂ ਮਿਲਿਆ। ਉਹਨੂੰ ਉਹਦਾ ਮਿਲਾਪ, ਉਹਦਾ ਵਸਲ ਹੀ ਨਹੀਂ ਮਿਲਿਆ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਅੱਗੇ, ਫਿਰ ਬਚਨ ਕਹੇ ਪੱਪੈ ਪਾਰ ਬ੍ਰਹਮ, ਪੱਪੈ ਪਾਤਸ਼ਾਹ ਪਰਮੇਸ਼ਰ। ਪੱਪੇ ਅੱਖਰ ਹੀ ਪਾਤਸ਼ਾਹ ਦਾ ਅਰਥ ਜਿਹਦੀ ਹਕੂਮਤ ਚੱਲਦੀ ਪਈ ਹੈ। ਪਰਮ ਈਸ਼ਰ ਸਭ ਤੋਂ ਵੱਡਾ, ਵੇਖਣ ਕੋ ਪਰਪੰਚ ਕੀਆ। ਆ ਜੋ ਕੁਝ ਉਹਨੇ ਰਚੀ ਹੈ ਖੇਡ, ਇਹ ਪਰਪੰਚ ਵਿਖਾਵਾ, ਉਹ ਆਪ ਇਹਨੂੰ ਵੇਖ ਰਿਹਾ। ਵੇਖਣ ਕੋ ਪਰਪੰਚ ਕੀਆ, ਦੇਖੈ ਉਹ ਵੇਖਦਾ ਪਿਆ, ਬੂਝੈ ਸਭ ਕੁਝ ਸਮਝਦਾ ਪਿਆ ਹੈ। ਤੇ ਮਹਾਰਾਜ ਕਹਿੰਦੇ ਸਭ ਕੁਝ ਜਾਣੈ, ਉਹ ਸਭ ਕੁਝ ਬੰਦੇ ਦੇ ਅੰਦਰ ਨੂੰ ਜਾਣਦਾ ਪਿਆ। ਇਸ ਪਰਪੰਚ ਨੂੰ ਉਹਨੇ ਰਚਿਆ ਵੇਖਣ ਲਈ। ਉਹ ਵੇਖਦਾ ਹੈ, ਉਹ ਸਮਝਦਾ ਹੈ, ਸਭ ਕੁਝ ਜਾਣਦਾ ਹੈ। ਅੰਤਰ ਬਾਹਰ ਰੱਬ ਰਿਹਾ। ਅੰਦਰ ਵੀ ਉਹ ਤੇ ਬਾਹਰ ਵੀ ਉਹ ਹੈ। ਇਹਦਾ ਮਤਲਬ ਜੋ ਤੇਰੇ ਅੰਦਰ ਹੈ ਉਹ ਬਾਹਰ ਹੈ। ਜਿਹਨੂੰ ਇਉਂ ਕਹਿ ਲੋ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਕਾਸ਼ ਪਿਆਲ। ਮਹਾਰਾਜ ਕਹਿੰਦੇ ਕਿਹੜੀ ਥਾਂ ਜਿੱਥੇ ਉਹਨੇ ਅੰਦਰ ਵੀ ਉਹ ਤੇ ਬਾਹਰ ਵੀ ਹੋਏ, ਤੇ ਉਹ ਸਭ ਕੁਝ ਦੇਖ ਰਿਹਾ। ਸੱਚ ਇਹ ਵੇ ਕਿ ਜਿਸ ਦਿਨ ਇਹ ਅਹਿਸਾਸ ਹੋ ਜਾਏ ਉਹ ਸਭ ਕੁਝ ਦੇਖਦਾ, ਤੇ ਫਿਰ ਤਾਂ ਕਰਮ ਤਾਂ ਬਾਅਦ ਦੀ ਗੱਲ ਹੈ। ਬੰਦਾ ਫੁਰਨੇ ਨੂੰ ਵੀ ਰੋਕ ਲੈਂਦਾ ਹੈ ਵੀ ਉਹ ਤਾਂ ਮੇਰੇ ਫੁਰਨੇ ਨੂੰ ਵੀ ਜਾਣਦਾ ਪਿਆ। ਜੇ ਚੰਗੇ ਜਾਣਦਾ ਤੇ ਮੰਦੇ ਵੀ ਜਾਣਦਾ, ਜੇ ਮੰਦੇ ਜਾਣਦਾ ਚੰਗੇ ਵੀ ਜਾਣਦਾ। ਇਹੀ ਕਾਰਨ ਕਿ ਗੁਰਬਾਣੀ ਨੂੰ ਜਦੋਂ ਪਹਿਲੀ ਅਵਸਥਾ ਹੁੰਦੀ ਉਦੋਂ ਮਹਾਰਾਜ ਕਹਿੰਦੇ ਆ ਕਿ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ। ਜਦੋਂ ਇਹ ਚੀਜ਼ ਦੀ ਸਮਝ ਪੈ ਜਾਏ, ਅੰਦਰ ਵੀ ਉਹ ਤੇ ਬਾਹਰ ਵੀ ਉਹ, ਫਿਰ ਉੱਥੇ ਲਫ਼ਜ਼ ਨਹੀਂ ਰਹਿੰਦੇ। ਉੱਥੇ ਫਿਰ ਕਹਿੰਦਾ ਹੈ ਕਿ ਉਹ ਪਰਮਾਤਮਾ ਵਿਣ ਬੋਲਿਆ ਸਭ ਕੀ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਕਿਸੇ ਕੋਲ ਬੋਲਾਂ, ਉਹ ਮੇਰੇ ਅੰਦਰ ਨੂੰ ਬਾਹਰ ਨੂੰ ਸਭ ਕੁਝ ਜਾਣਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਸਭ ਥਾਵਾਂ ਤੇ ਉਹ ਰਮਿਆ ਹੈ। ਅਗਲਾ ਬਚਨ 25ਵਾਂ ਪਦ ਹੈ ਜੀ, 10 ਰਹਿ ਗਏ ਤੇ ਫੱਫੈ ਫਾਹੀ ਸਭ ਜਗ ਫਾਂਸਾ। ਫੱਫੇ ਅੱਖਰ ਹੀ ਮਹਾਰਾਜ ਕਹਿੰਦੇ ਨੇ ਉਹਨੇ ਫਾਹੀ ਪਾ ਦਿੱਤੀ ਮਾਇਆ ਦੀ। ਸਭ ਜਗ ਫਾਂਸਾ, ਇਸ ਮੋਹ ਦੇ ਵਿੱਚ ਸਾਰੀ ਦੁਨੀਆ ਉਹਨੇ ਫਸਾਈ ਪਈ ਹੈ। ਸਾਰੇ ਫਸਾਏ ਆਪਾਂ। ਉਹਨੇ ਸੱਚੀ ਜੀ ਧਾਗੇ ਪਾਏ ਆ ਨਿੱਕੇ ਨਿੱਕੇ। ਆ ਸਰੀਰ ਵਿੱਚ ਜਿਹੜੀਆਂ ਨਾੜਾਂ ਨੇ ਧਾਗਿਆਂ ਤੋਂ ਬਰੀਕ ਨੇ, ਇਹ ਤਾਂ ਦਿਸਦੀਆਂ ਨੇ। ਮੋਹ ਵਾਲੇ ਧਾਗੇ ਤਾਂ ਦਿਸਦੇ ਵੀ ਕੋਈ ਨਹੀਂ, ਅਨਦਿਸੀ ਖਿੱਚ ਪਾਈ ਜਾਂਦੇ ਨੇ, ਦਿਸਦੇ ਥੋੜ੍ਹਾ ਨੇ। ਮੋਹ ਦੀਆਂ ਤੰਦਾਂ ਕਿੰਨੇ, ਤੰਦਾਂ ਤਾਂ ਦਿਸਦੀਆਂ ਹੁੰਦੀਆਂ ਨੇ। ਸਰੀਰ ਦੀਆਂ ਖੂਨ ਦੀਆਂ ਤੰਦਾਂ ਦਿਸਦੀਆਂ ਨੇ। ਮਹਾਰਾਜ ਕਹਿੰਦੇ ਆ ਨਹੀਂ, ਪ੍ਰਮਾਤਮਾ
ਤੋਂ ਇਹੋ ਜਿਹੀਆਂ ਤੰਦਾਂ ਪਾਈਆਂ ਪਈਆਂ ਦਿਸਦੀਆਂ ਨੇ ਪਈਆਂ, ਸਾਰਿਆਂ ਦੇ ਗਲ ਬੰਨੇ ਪਏ। ਫੱਫੇ ਫਾਈ ਸਭ ਜਗ ਫਾਂਸਾ, ਜੰਮ ਕੇ ਸੰਗਲ ਬੰਦ ਲਿਆ। ਇੱਕ ਮੋਹ ਦੀ ਫਾਈ, ਉਸ ਮੋਹ ਵਿੱਚ ਕੀਤੇ ਹੋਏ ਕਰਮ ਅਗਾਂ ਫਿਰ ਜਮ ਦੇ ਸੰਗਲ ਵੀ ਘੁੱਟ ਕੇ ਪੈ ਗਏ। ਜਮਾਂ ਨੇ ਵੀ ਰੱਸੇ ਪਾਏ ਹੋਏ ਆ। ਗੁਰੂ ਸਾਹਿਬ ਕਹਿੰਦੇ ਨੇ ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸ਼ਰਨਾਗਤ ਭੱਜ ਪਿਆ। ਗੁਰ ਪ੍ਰਸਾਦੀ, ਗੁਰੂ ਦੀ ਬਖਸ਼ਿਸ਼ ਨਾਲ ਸੇ ਨਰ ਉਬਰੇ, ਉਹ ਬੰਦੇ ਇਹਨਾਂ ਦੋਨਾਂ ਫਾਂਸੀਆਂ ਤੋਂ ਬਚ ਗਏ। ਦੇਖੋ, ਇੱਕ ਮੋਹ ਦਾ ਫੰਦਾ, ਇੱਕ ਜਮ ਦਾ ਫੰਦਾ। ਗੁਰੂ ਨੇ ਬਖਸ਼ਿਸ਼ ਕੀਤੀ, ਸੇ ਨਰ ਉਬਰੇ, ਉਹ ਬੰਦੇ ਬਚ ਗਏ। ਕੌਣ? ਜੇ ਹਰ ਸ਼ਰਨਾਗਤ ਭੱਜ ਪਿਆ। ਜਿਹੜਾ ਦੌੜ ਕੇ ਪਰਮਾਤਮਾ ਦੀ ਸ਼ਰਨ 'ਚ ਪੈ ਗਿਆ, ਉਹਨੇ ਮੋਹ ਵਾਲੀਆਂ ਤੰਦਾਂ ਵੀ ਕੱਟ ਦਿੱਤੀਆਂ ਤੇ ਜਮ ਵਾਲੀਆਂ ਕੱਟ ਦਿੱਤੀਆਂ। ਇਸ ਤੁਕ ਦੀ ਵਿਚਾਰ ਆਪਾਂ ਕੱਲ ਕਰਾਂਗੇ। ਮੋਹ ਦੀ ਤੰਦ ਕਿਵੇਂ, ਜਮ ਦੀ ਤੰਦ ਕਿਵੇਂ, ਇਸ ਤੋਂ ਅਗਲੇ ਬਚਨ ਵਿਚਾਰੇ ਜਾਣਗੇ। ਆਪ ਸੰਗਤ ਦਾ ਧੰਨਵਾਦ। ਜਿਵੇਂ ਇਸ ਮੁਲਕ 'ਚ ਅੱਜ ਘਟਨਾ ਵਾਪਰੀ ਹੈ, ਸੱਚ ਇਹ ਵੀ ਅਸੀਂ ਉਸ ਅਸਥਾਨ ਧਾਰਮਿਕ ਕੋਈ ਵੀ ਹੋਵੇ, ਚਰਚ ਹੋਵੇ, ਮਸਜਿਦ ਹੋਵੇ, ਮੰਦਰ ਹੋਵੇ, ਜੂਸ਼ ਦੀ ਥਾਂ ਹੋਵੇ, ਪਰ ਮੈਂ ਇੱਕ ਗੱਲ ਕਰਾਂਗਾ, ਅਸੀਂ ਸਿੱਖ ਸਟੇਜ ਤੋਂ, ਇਸ ਅਸਥਾਨ ਤੋਂ, ਸਿੱਖਾਂ ਵੱਲੋਂ ਇਸ ਗੱਲ ਦੀ ਘੋਰ ਨਿਖੇਧੀ ਕਰਨੇ ਖਾਂ। ਕੋਈ ਵੀ ਕਮਿਊਨਿਟੀ ਹੋਵੇ, ਗੁਰੂ ਸਾਹਿਬ ਸਭ ਦਾ ਭਲਾ ਮੰਗਦੇ ਆ। ਦੇਵਰਾ ਮਸੀਤ ਸੋਈ ਪੂਜਾ ਉਹ ਨਿਵਾਸ ਹੋਈ, ਮਾਨਸ ਸਭ ਏਕ ਪੈ ਅਨੇਕ ਕੋ ਪ੍ਰਭਾਵ ਹੈ। ਸਾਨੂੰ ਉਸ ਪਰਿਵਾਰਾਂ ਨਾਲ ਹਮਦਰਦੀ ਹੈ, ਕਿਉਂਕਿ ਜਿਸ ਨਾਲ ਵਾਪਰਦੀ ਹੈ ਦਰਦ ਉਹ ਜਾਣਦਾ ਹੈ, ਉਹ ਕਮਿਊਨਿਟੀ, ਉਹ ਪਰਿਵਾਰ ਜਾਣਦੇ ਨੇ। ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰੀਏ, ਦਾਤਾ ਤੂੰ ਇੱਕ ਕਿਰਪਾ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਮਾਲਕ ਇਸ ਅੱਗ ਤੋਂ ਬਚਾ ਲੈ, ਤੂੰ ਮਨੁੱਖ ਨੂੰ ਸੋਝੀ ਦੇ, ਇਹਨੂੰ ਸਮਝ ਦੇ। ਪਰਮਾਤਮਾ ਤੂੰ ਬਖਸ਼ਿਸ਼ ਕਰ। ਆਓ ਅੱਜ ਅਸੀਂ ਉਹਨਾਂ ਨੂੰ ਜਿਹੜੇ ਅੱਜ ਜੁਮੇ ਦੀ ਨਮਾਜ਼ ਪੜ੍ਹਨ ਗਏ, ਇਹ ਅਮਰੀਕਾ ਹੋਇਆ ਸੀ, ਮਿਲਵਾਕੀ ਆਪਾਂ ਦੇਖਦੇ ਹਾਂ, ਦੀਵਾਨ ਵੀ ਸ਼ਮੂਲੀਅਤ, ਤੇ ਦੋਵੇਂ ਦੀ ਨਮਾਜ਼ ਮੁਸਲਮਾਨ ਵੀਰ ਪੜ੍ਹਨ ਜਾਂਦੇ ਆ। ਜਿੱਥੋਂ ਤੱਕ ਆਵਾਜ਼ ਸਾਡੀ ਜਾਂਦੀ ਹੈ, ਭਾਵੇਂ ਫੇਸਬੁੱਕ ਰਾਹੀਂ, ਜਿਵੇਂ ਵੀ, ਸੱਚ ਇਹ ਵੀ ਹੁੰਦਾ, ਸਿਆਸੀ ਤੌਰ 'ਤੇ ਨਹੀਂ, ਅਸੀਂ ਤਹਿ ਦਿਲੋਂ ਸਿੱਖ ਕਮਿਊਨਿਟੀ ਇਸ ਗੱਲ ਦੀ ਨਿਖੇਧੀ ਕਰਦੀ ਹੈ। ਦੂਸਰੀ ਗੱਲ, ਅਸੀਂ ਮੁਸਲਮਾਨ ਵੀਰਾਂ ਨਾਲ ਇਸ ਗੱਲੋਂ ਭਰਪੂਰ ਹਮਦਰਦੀ ਰੱਖਦੇ ਹਾਂ। ਸਾਡੇ ਕੋਲ ਗੁਰੂ ਦਾ ਬਖਸ਼ਿਆ ਸਿਮਰਨ ਹੈ, ਭਾਵੇਂ ਉਹ ਅੱਲਾਹੂ ਅਕਬਰ ਕਹਿੰਦੇ ਆ, ਉਹ ਸ਼ੁਰੂਆਤ ਕਰਦੇ ਆ ਬਿਸਮਿਲ੍ਲਾ ਰਹਿਮਾਨ ਰਹੀਮ। ਗੁਰੂ ਗ੍ਰੰਥ ਸਾਹਿਬ ਇਹਨਾਂ ਸਾਰੇ ਸ਼ਬਦਾਂ ਨੂੰ ਸਤਿਕਾਰਦਾ ਹੈ। ਜੇ ਇੱਥੇ ਕਿਹਾ ਬਿਸਮਿਲ੍ਲਾ ਰਹਿਮਾਨ ਰਹੀਮ, ਤੇ ਗੁਰੂ ਗੋਬਿੰਦ ਸਿੰਘ ਜੀ ਸ਼ਬਦਾਂ ਨੂੰ ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਲ ਰਹੀਮ। ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਪਹਿਲਾ ਸ਼ੇਰ ਹੀ ਲਿਖਦੇ ਆ ਜ਼ਫਰਨਾਮੇ ਦਾ, ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਲ ਰਹੀਮ। ਗੁਰੂ ਸਾਹਿਬ ਕਹਿੰਦੇ ਆ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਉਹ ਸ਼ਬਦਾਵਲੀ ਵਰਤਦੇ ਆ। ਸਾਡੇ ਤਾਂ ਬਾਬਾ ਜੀ ਬੋਲ ਕੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਸੱਚ ਹੈ ਸੰਗਤ ਜੀ, ਆਓ 2-4 ਮਿੰਟ ਆਪਾਂ ਸਿਮਰਨ ਨਾ ਅੱਜ ਉਹਨਾਂ ਦੀ ਯਾਦ ਵਿੱਚ, ਜੀਵ ਆਤਮਾ ਉਹਨਾਂ ਦੀਆਂ। ਭਾਵੇਂ ਮੈਨੂੰ ਪਤਾ ਇਸਲਾਮ ਦਾ ਫਲਸਫਾ ਆਪਣੇ ਢੰਗ ਦਾ ਹੈ, ਕਬਰ ਹੈ, ਕਿਆਮਤ ਹੈ, ਪਰ ਜੋ ਸਾਡਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਦੀ ਯਾਦ ਵਿੱਚ ਥੋੜ੍ਹਾ ਚਮਾ ਸਾਰੇ ਸਿਮਰਨ ਕਰੋ। ਜਿਸ ਮੁਲਕ 'ਚ ਤੁਸੀਂ ਰਹਿੰਦੇ ਹੋ, ਪਰਮਾਤਮਾ ਇਸ ਮੁਲਕ ਨੂੰ ਸਲਾਮਤੀ ਬਖਸ਼ੇ, ਇੱਥੇ ਸੱਚਮੁੱਚ ਠੰਡ ਵਰਤੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹਿਗੁਰੂ। ਸਾਰੇ ਕਿਰਪਾ ਕਰੋ, ਉੱਚੀ ਆਵਾਜ਼ 'ਚ ਬੀਬੀਆਂ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ